ਹੁਣ ਕੋਵਿਡ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਬਦਲ ਵੀ ਗਈਆਂ ਨੇ। ਅਸੀਂ ਆਨਲਾਈਨ ਸ਼ਾਪਿੰਗ ਜ਼ਿਆਦਾ ਕਰਨ ਲੱਗ ਗਏ ਹਾਂ। ਅਸੀਂ ਜਿਹੜਾ ਵਰਕ ਫਰੋਮ ਹੋਮ ਕਈ ਕੰਪਨੀਆਂ ਨੇ ਪਰਮਾਨੈਂਟ ਹੀ ਕਰ ਦਿੱਤਾ ਕਿ ਘਰੋਂ ਕੰਮ ਕਰੋ। ਕਾਫੀ ਵਾਰੀ ਕਿਹਾ ਵੀ ਸਰਫੇਸ 'ਤੇ ਵੀ ਹੋ ਸਕਦਾ, ਨੋਬਸ 'ਤੇ ਵੀ ਹੋ ਸਕਦਾ, ਕਈ ਗੱਲਾਂ ਜਿੱਥੇ ਜਿੱਥੇ ਹੱਥ ਲਾਉਂਦੇ ਉੱਥੇ ਹੋ ਸਕਦਾ। ਬਹੁਤ ਸਾਰੇ ਲੋਕ ਇਸ ਬਾਰੇ ਗੱਲ ਕਰਨ ਤੋਂ ਕਤਰਾਉਂਦੇ ਆ। ਸ਼ਾਇਦ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ, ਮੈਂਟਲ ਹੈਲਥ ਦੀ ਗੱਲ ਕਰਾਂਗੇ ਸਾਨੂੰ ਲੋਕ ਪਾਗਲ ਕਮਲੇ ਸਮਝਣਗੇ। ਜੇ ਅਸੀਂ ਆਪਣੀ ਗੱਲ ਅੱਗੇ ਰੱਖਾਂਗੇ ਤਾਂ ਲੋਕ ਸਮਝਣਗੇ ਕਿ ਸ਼ਾਇਦ ਸਾਨੂੰ ਇਸ ਟੌਪਿਕ ਦੇ ਉੱਤੇ ਗੱਲ ਨਹੀਂ ਕਰਨੀ ਚਾਹੀਦੀ। ਹਰ ਪੰਜਵਾਂ ਜਿਹੜਾ ਇਨਸਾਨ ਹੈ ਕਦੀ ਨਾ ਕਦੀ ਲਾਈਫ ਟਾਈਮ ਦੇ ਵਿੱਚ ਉਹਨੂੰ ਇਹ ਇਸ਼ੂ ਆ ਸਕਦਾ। ਸੋ ਦੈਟ ਮੀਨਸ ਵੀ ਸਰੀ ਦੇ ਵਿੱਚ ਹਰ ਪੰਜਵੀਂ ਫੈਮਿਲੀ ਪੰਜਵੇਂ ਬੰਦੇ ਨੂੰ ਪ੍ਰੋਬਲਮ ਹੋ ਸਕਦੀ ਹੈ। ਕਿਸੇ ਨੂੰ ਵਰਕ ਪਲੇਸ ਦੇ ਉੱਤੇ ਜਾਂ ਕਿਤੇ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਸਫਰ ਕਰ ਰਿਹਾ ਤਾਂ ਉਹਦੀ ਹੈਲਪ ਕਰਨੀ ਚਾਹੀਦੀ ਹੈ, ਬਜਾਏ ਕਿ ਉਸ ਤੋਂ ਦੂਰ ਭੱਜਣ ਦੀ ਜਾਂ ਉਹਦੇ ਤੋਂ ਗੱਲ ਕਰਨੀ ਛੱਡਣ ਦੀ। ਤਾਂ ਹੁਣ ਜਿਹੜਾ ਹੈ ਕਿ ਕੋਵਿਡ ਦੀਆਂ ਹੋਰ ਲਹਿਰਾਂ ਆ ਸਕਦੀਆਂ, ਇਹਦੇ 'ਚ ਕੋਈ ਡਾਊਟ ਨਹੀਂ, ਹੋਰ ਵੇਵਸ ਆ ਸਕਦੀਆਂ ਨੇ। ਵੈਕਸੀਨ ਬਣਾਉਣ ਵਾਲੇ ਸਾਰਿਆਂ ਦਾ ਜਿਹੜਾ ਫੋਕਸ ਹੈ ਉਹਦੇ ਤੋਂ ਇੱਕੋ ਗੱਲ ਸਾਨੂੰ ਸਮਝ ਆਈ ਵੀ ਵੈਕਸੀਨੇਸ਼ਨ ਜਿਹੜਾ ਨਾ ਉਹ ਤੁਹਾਡੀ ਇੰਪੋਰਟੈਂਟ ਚੀਜ਼ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਹੈਲਥ ਸ਼ੋਅ ਦੇ ਵਿੱਚ ਸਵਾਗਤ ਹੈ। ਹੈਲਥ ਸ਼ੋਅ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦੇ ਬਾਰੇ ਤੇ ਖਾਸ ਕਰਕੇ ਕੋਵਿਡ-19 ਦੇ ਬਾਰੇ। ਇਸ ਸ਼ੋਅ ਦੇ ਵਿੱਚ ਅਸੀਂ ਲਗਾਤਾਰ 2 ਸਾਲ ਤੋਂ ਜ਼ਿਆਦਾ ਸਮੇਂ ਤੋਂ ਲੈ ਕੇ ਹੁਣ ਕੋਵਿਡ ਬਾਰੇ ਜੋ ਵੀ ਨਵੀਂ ਇਨਫੋਰਮੇਸ਼ਨ ਆਈ ਤੁਹਾਡੇ ਤੱਕ ਪਹੁੰਚਾਈ। ਪਰ ਹੁਣ ਥੋੜੀ ਹਾਸੋਹੀਣੀ ਨਹੀਂ ਗੱਲ ਲੱਗਦੀ ਹੈ ਕਿ ਕੋਵਿਡ ਹੈ ਸੀ ਨਹੀਂ ਸੀ, ਪਰ ਨਾਲ ਜੇ ਸਾਇੰਸ ਦੀ ਮੰਨੀਏ ਤਾਂ ਸਾਇੰਸ ਕਹਿੰਦੀ ਹੈ ਕਿ ਕੋਵਿਡ ਦੀਆਂ ਹੋਰ ਲਹਿਰਾਂ ਆ ਸਕਦੀਆਂ ਨੇ, ਹੋਰ ਵੇਰੀਐਂਟ ਸਾਡੀ ਜ਼ਿੰਦਗੀ ਦੇ ਵਿੱਚ ਆ ਸਕਦੇ ਨੇ। ਇੱਕ ਪਾਸੇ ਤਾਂ ਕਹਿ ਰਹੇ ਨੇ ਕਿ ਸਾਨੂੰ ਕੋਵਿਡ ਦੇ ਨਾਲ ਰਹਿਣਾ ਸਿੱਖਣਾ ਹੋਵੇਗਾ, ਸਾਨੂੰ ਕੋਵਿਡ ਦੇ ਨਾਲ ਰਹਿਣਾ ਹੋਵੇਗਾ। ਇੱਕ ਪਾਸੇ ਕਹਿ ਰਹੇ ਨੇ ਕੋਵਿਡ ਕੋਈ ਹੈ ਹੀ ਨਹੀਂ, ਇੱਕ ਤਰ੍ਹਾਂ ਦਾ ਫਲੂ ਹੈ। ਜਿਨ੍ਹਾਂ ਨੇ ਵੈਕਸੀਨੇਸ਼ਨ ਲਗਵਾਈ ਹੈ ਉਹਨਾਂ ਨੂੰ ਬਹੁਤ ਮਾਈਲਡ ਸਿੰਪਟਮ ਆਉਣਗੇ, ਪਰ ਜਿਨ੍ਹਾਂ ਨੇ ਨਹੀਂ ਲਗਵਾਈ ਉਹਨਾਂ ਦੇ ਲਈ ਇਹ ਘਾਤਕ ਹੋ ਸਕਦਾ ਹੈ। ਪਰ ਹੁਣ ਜੇ ਵੈਕਸੀਨ ਦੀ ਗੱਲ ਕਰੀਏ ਤਾਂ ਵੈਕਸੀਨ ਨੂੰ ਲੈ ਕੇ ਵੀ ਅਲੱਗ-ਅਲੱਗ ਵਿਚਾਰਧਾਰਾਵਾਂ ਨੇ। ਕੈਨੇਡਾ ਦੇ ਵਿੱਚ ਅਸੀਂ ਦੇਖਿਆ ਕਿ ਵੱਡੇ ਪੱਧਰ ਦੇ ਉੱਤੇ ਪ੍ਰੋਟੈਸਟ ਹੋ ਰਹੇ ਸੀ। ਐਮਰਜੈਂਸੀ ਲਗਾਈ ਗਈ। ਐਮਰਜੈਂਸੀ ਚਾਹੇ ਐਕਟ ਜਿਹੜਾ ਹੈ ਉਹ ਰਿਵੋਕ ਕਰ ਲਿਆ ਗਿਆ, ਪਰ ਫਿਰ ਵੀ ਪ੍ਰਦਰਸ਼ਨ ਅਜੇ ਚੱਲ ਰਹੇ ਨੇ ਕਿ ਵੈਕਸੀਨ ਲਗਵਾਉਣ ਦੇ ਲਈ ਨਾ ਕਿਹਾ ਜਾਵੇ। ਹੁਣ ਇਸ ਵਿਚਕਾਰ ਜਿਨ੍ਹਾਂ ਨੇ 2 ਡੋਜ਼ਸ ਲਗਵਾ ਲਈਆਂ ਨੇ ਉਹਨਾਂ ਦੇ ਮਨਾਂ ਵਿੱਚ ਸਵਾਲ ਹੈ ਕਿ ਤੀਜੀ ਲਗਵਾਈ ਜਾਵੇ ਜਾਂ ਨਾ ਲਗਵਾਈ ਜਾਵੇ। ਜਿਨ੍ਹਾਂ ਨੇ 3 ਲਗਵਾ ਲਈਆਂ ਨੇ ਉਹ ਕਹਿੰਦੇ ਆ ਕਿ ਜਿਵੇਂ ਬਾਕੀ ਦੇਸ਼ਾਂ ਦੇ ਵਿੱਚ ਸ਼ਾਇਦ ਚੌਥੀ ਦੀ ਗੱਲ ਹੋ ਰਹੀ ਹੈ, ਤਾਂ ਉਹ ਕਹਿੰਦੇ ਆ ਕਿ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਹਰ ਸਾਲ ਲਗਵਾਉਣੀ ਪਵੇ, 6 ਮਹੀਨਿਆਂ ਬਾਅਦ ਲਗਵਾਉਣੀ ਪਵੇ। ਯੂ ਨੈਵਰ ਨੋ ਕਿ ਕਿਸ ਤਰ੍ਹਾਂ ਦੇ ਨਾਲ ਇਹ ਸਰਕਮਸਟੈਂਸ ਬਦਲ ਜਾਣ। ਪਰ ਇਹ ਜਿਹੜੀ ਕੋਵਿਡ ਦੀ ਕਹਾਣੀ ਚੱਲੀ ਸੀ ਉਹ ਅਸੀਂ ਇੱਕ ਪੇਜ ਤੇ ਉੱਤੇ ਆ ਕੇ ਖੜੇ ਹੋ ਗਏ ਹਾਂ ਜਿੱਥੇ ਅਜੇ ਐਂਡ ਨਹੀਂ ਆਇਆ। ਪਰ ਹਾਂ, ਇੱਕ ਥਾਂ ਤੇ ਕਹਾਣੀ ਜਿਹੜੀ ਹੈ ਇੱਕ ਥਾਂ ਤੇ ਥੰਮ ਗਈ ਹੈ, ਖੜ ਗਈ ਹੈ। ਹੁਣ ਇਹ ਕਹਾਣੀ ਕਿੱਥੇ ਲੈ ਕੇ ਜਾਵੇਗੀ ਇਸ ਬਾਰੇ ਗੱਲ ਕਰਾਂਗੇ ਅੱਜ ਡਾਕਟਰ ਗੁਲਜ਼ਾਰ ਚੀਮਾ ਦੇ ਨਾਲ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਚੀਮਾ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ। ਸੋ ਡਾਕਟਰ ਸਾਹਿਬ, 2-2.5 ਸਾਲ ਤੋਂ ਅਸੀਂ ਕੋਵਿਡ ਬਾਰੇ ਗੱਲ ਕਰ ਰਹੇ ਹਾਂ, ਪਰ ਹੁਣ ਸਵਾਲ ਇਹ ਹੈ ਕਿ ਕੋਵਿਡ ਕਿਸ ਤਰ੍ਹਾਂ ਦੇ ਨਾਲ ਸਾਡੀ ਜ਼ਿੰਦਗੀ ਨੂੰ ਬਦਲ ਰਿਹਾ। ਹੁਣ ਕੋਵਿਡ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਬਦਲ ਵੀ ਗਈਆਂ ਨੇ। ਅਸੀਂ ਆਨਲਾਈਨ ਸ਼ਾਪਿੰਗ ਜ਼ਿਆਦਾ ਕਰਨ ਲੱਗ ਗਏ ਹਾਂ। ਅਸੀਂ ਜਿਹੜਾ ਵਰਕ ਫਰੋਮ ਹੋਮ ਕਈ ਕੰਪਨੀਆਂ ਨੇ ਪਰਮਾਨੈਂਟ ਹੀ ਕਰ ਦਿੱਤਾ ਕਿ ਘਰੋਂ ਕੰਮ ਕਰੋ। ਸੋ ਕੁਛ ਚੀਜ਼ਾਂ ਚੰਗੀਆਂ ਵੀ ਹੋਈਆਂ, ਕੁਛ ਚੀਜ਼ਾਂ ਮਾੜੀਆਂ ਵੀ ਹੋਈਆਂ। ਪਰ ਇਸ ਵਿਚਕਾਰ ਤੀਜੀ ਡੋਜ਼ ਨੂੰ ਲੈ ਕੇ ਅਜੇ ਵੀ ਕਨਫਿਊਜ਼ਨ ਹੈ। ਬਹੁਤ ਸਾਰੇ ਲੋਕ ਕਹਿੰਦੇ ਆ ਕਿ ਤੀਜੀ ਡੋਜ਼ ਦੀ ਲੋੜ ਨਹੀਂ, ਜਾਂ ਕਹਿੰਦੇ ਆ ਕਿ 2 ਲਗਵਾ ਲਈਆਂ। ਸੋ ਕਨਫਿਊਜ਼ਨ ਬਹੁਤ ਚੱਲ ਰਹੀ ਹੈ। ਅੱਜ ਦੇ ਟਾਈਮ ਦੇ ਉੱਤੇ ਅਸੀਂ ਕਿੱਥੇ ਖੜੇ ਹਾਂ? ਦੇਖੋ, ਪਹਿਲੀ ਗੱਲ ਤੇ ਕਿ ਜਦੋਂ ਇਹ ਸਿਚੁਏਸ਼ਨ ਸ਼ੁਰੂ ਹੋਈ ਸੀ ਤਕਰੀਬਨ ਹੁਣ ਜਦ ਤੱਕ 12 ਤੇ 12 24 ਮਹੀਨੇ ਤੇ ਪਲੱਸ 2 ਲਾ ਲਓ, 26 ਮਹੀਨੇ ਹੋ ਗਏ ਨੇ ਇਸ ਕੰਮ ਨੂੰ ਚੱਲਦਿਆਂ ਨੂੰ। ਪਹਿਲਾਂ ਜਿਹੜੀ ਸੀ ਇਹਦੀ ਕੋਵਿਡ-19 ਦੀ ਜਿਹੜਾ ਓਰੀਜਨ ਬਾਰੇ ਗੱਲ ਹੋਈ, ਉਹਦਾ ਵਾਦ-ਵਿਵਾਦ ਹੋਇਆ। ਫਿਰ ਉਸ ਤੋਂ ਬਾਅਦ ਕੈਨੇਡਾ ਵਿੱਚ ਜਦੋਂ ਪਹਿਲੀ ਵਾਰੀ ਮੇਰੇ ਖਿਆਲ ਜਨਵਰੀ 23 ਜਾਂ 22 ਨੂੰ ਪਹਿਲਾ ਕੇਸ ਸੀ, ਐਗਜ਼ੈਕਟ ਡੇਟ ਮੈਨੂੰ ਹੁਣ ਭੁੱਲਦੀ ਜਾ ਰਹੀ ਹੈ। ਉਸ ਤੋਂ ਬਾਅਦ ਫਿਰ ਇਹ ਸਾਰੇ ਪ੍ਰੋਵਿੰਸਾਂ ਵਿੱਚ ਫੈਲ ਕੇ ਤੇ ਫਿਰ ਦੁਨੀਆ ਦੇ ਆਲਮੋਸਟ ਹਰ ਮੁਲਕ 'ਚ ਫੈਲਿਆ, ਟੈਰੀਟਰੀ 'ਚ ਹਰ 'ਚ ਫੈਲ ਗਿਆ। ਕੋਈ ਦੁਨੀਆ ਦਾ ਇਹੋ ਜਿਹਾ ਮੁਲਕ ਨਹੀਂ ਸੀ ਜਿੱਥੇ ਕੋਵਿਡ-19 ਨਹੀਂ ਗਿਆ। ਸੋ ਪਹਿਲੀ ਤਾਂ ਗੱਲ ਤਾਂ ਹੈ ਵੀ ਇਹ ਜਿਹੜੀ ਵਾਇਰਸ ਸੀ ਉਹਦੀ ਸ਼ੁਰੂਆਤ ਕਿੱਥੋਂ ਹੋਈ, ਫਿਰ ਵਾਇਰਸ ਦਾ ਕਿਸ ਤਰੀਕੇ ਨਾਲ ਇਹਦਾ ਇੰਪੈਕਟ ਹੋਇਆ, ਉਹਦੇ ਬਾਰੇ ਸ਼ੁਰੂ ਦੇ ਵਿੱਚ ਬੜਾ ਕਨਫਿਊਜ਼ਨ ਸੀ। ਫਿਰ ਥੋੜ੍ਹੀ ਜਿਹੀ ਕਲੈਰਿਟੀ ਆਈ ਵੀ ਟਰਾਂਸਮਿਸ਼ਨ ਕਿਸ ਤਰ੍ਹਾਂ ਹੁੰਦਾ ਇਹਦਾ ਕਿਸ ਤਰੀਕੇ ਨਾਲ ਬਾਡੀ ਵਿੱਚ ਐਕਟ ਕਰਦਾ। ਪਹਿਲਾਂ ਕਿਹਾ ਵੀ ਇਹ ਜਿਹੜਾ ਇੱਕੋ ਗੱਲ ਹੀ ਕੰਸਿਸਟੈਂਟ ਰਹੀ ਹੈ ਵੀ ਇਹਦੀ ਜਿਹੜੀ ਟਰਾਂਸਮਿਸ਼ਨ ਹੈਗੀ ਹੈ ਬਾਈ ਏਅਰ ਦੇ ਰਸਤੇ। ਬਾਕੀ ਜਿਹੜਾ ਸਾਰੀਆਂ ਗੱਲਾਂ ਬਦਲਦੀਆਂ ਰਹੀਆਂ। ਕਾਫੀ ਵਾਰੀ ਕਿਹਾ ਵੀ ਸਰਫੇਸ 'ਤੇ ਵੀ ਹੋ ਸਕਦਾ, ਨੋਬਸ 'ਤੇ ਵੀ ਹੋ ਸਕਦਾ, ਕਈ ਗੱਲਾਂ ਜਿੱਥੇ ਜਿੱਥੇ ਹੱਥ ਲਾਉਂਦੇ ਉੱਥੇ ਹੋ ਸਕਦਾ। ਉਹ ਵੀ ਬਾਅਦ 'ਚ ਕੋਈ ਗੱਲ ਬਣੀ ਨਹੀਂ। ਸੋ ਇਹ ਹੋਇਆ ਕਿ ਜਦੋਂ ਇਹ ਇਨੀਸ਼ੀਅਲ ਸਟੇਜ ਦੇ ਵਿੱਚ ਇਸ ਤਰੀਕੇ ਦੇ ਨਾਲ ਇਹ ਜਦੋਂ ਕੋਵਿਡ-19 ਜਿਹੜੀ ਵਾਇਰਸ ਹੈ
ਇਹ ਆ ਕੇ ਇਹਨੇ ਨੁਕਸਾਨ ਕੀਤਾ। ਹਰ ਮੁਲਕ ਦੇ ਵਿੱਚ ਬੜੀ ਘਾਤਕ ਸਾਬਤ ਹੋਈ। ਜਿੱਥੇ ਜਿੱਥੇ ਪਾਪੂਲੇਸ਼ਨ ਜ਼ਿਆਦਾ ਕੰਡੈਂਸ ਸੀ ਜਾਂ ਪਰਸਨਲ ਕੇਅਰ ਹੋਮ ਸਨ, ਜਿਨ੍ਹਾਂ ਲੋਕਾਂ ਨੂੰ ਕਰੋਨਿਕ ਜਿਹੜੀਆਂ ਪਹਿਲਾਂ ਇਲਨੈਸ ਹੈਗੀਆਂ, ਜਿਹੜੀਆਂ ਆਲਰੇਡੀ ਕਿਸੇ ਨਾ ਕਿਸੇ ਗੱਲ ਕਰਕੇ ਬਿਮਾਰ ਸਨ, ਉਹਨਾਂ 'ਤੇ ਜ਼ਿਆਦਾ ਅਸਰ ਹੋਇਆ ਅਤੇ ਉੱਥੇ ਕੰਟਰੋਲ ਨਹੀਂ ਹੋਇਆ। ਸੋ ਸਾਰੀਆਂ ਜਿਹੜੀਆਂ ਮੌਤਾਂ ਨੇ ਉੱਥੇ ਹੋਈਆਂ। ਫਿਰ ਇਹ ਮੈਂ ਗੱਲ ਤਾਂ ਸਾਰਿਆਂ ਨਾਲ ਸ਼ੇਅਰ ਕਰਦਾ ਪਿਆ, ਹੋ ਸਕਦਾ ਵੀ ਸਾਰੇ ਹਮੇਸ਼ਾ ਇਹ ਪ੍ਰੋਗਰਾਮ ਨਾ ਵੇਖਦੇ ਹੋਣ, ਥੋੜ੍ਹਾ ਜਿਹਾ ਰੀਕੈਪ ਕਰ ਲਈਏ ਵੀ ਕੀ ਗੱਲ ਹੋਈ। ਉਸ ਤੋਂ ਬਾਅਦ ਫਿਰ ਇਹਦਾ ਜਿਹੜਾ ਨੈਕਸਟ ਇਹਦਾ ਫੇਸ ਆ ਗਿਆ ਕਿ ਹੁਣ ਇਹਨੂੰ ਰੋਕਥਾਮ ਕਿਸ ਤਰ੍ਹਾਂ ਕਰਨੀ ਹੈ। ਵੈਕਸੀਨੇਸ਼ਨ ਬਾਰੇ ਗੱਲ ਹੋ ਗਈ ਵੀ, ਕਿਉਂਕਿ ਜਿਹੜੀ ਡਿਜ਼ੀਜ਼ ਹੈ, ਜਿਹੜੀ ਵਾਇਰਸ ਹੈ, ਉਹਨੂੰ ਸਟਾਪ ਕਿਸ ਤਰ੍ਹਾਂ ਕਰਨਾ, ਉਹਦੀ ਜਿਹੜੀ ਐਂਟੀਬਾਡੀਜ਼ ਨੇ ਆਰਟੀਫਿਸ਼ੀਅਲ ਬਾਡੀ ਨੂੰ ਕਿਸ ਤਰ੍ਹਾਂ ਸਟਰੋਂਗ ਕਰਨਾ। ਇੱਕ ਤਾਂ ਹੁੰਦੀ ਹੈ ਜਿਹਨਾਂ ਨੂੰ ਇਨਫੈਕਸ਼ਨ ਹੋ ਜੇ, ਉਹਨਾਂ ਦੀ ਬਾਡੀ ਵਿੱਚ ਇਮਿਊਨਿਟੀ ਆਪਣੇ ਆਪ ਬਣ ਜਾਂਦੀ ਹੈ। ਪਲੱਸ ਜਿਹਨਾਂ ਨੂੰ ਬਾਹਰੋਂ ਦੇਣੀ ਹੈ, ਉਹ ਵੈਕਸੀਨੇਸ਼ਨ ਦੀ ਗੱਲ ਸੀ। ਵੈਕਸੀਨੇਸ਼ਨ ਦਾ ਨਾਰਮਲ ਤੌਰ 'ਤੇ ਲੱਗਦੇ ਨੇ 8 ਜਾਂ 10 ਸਾਲ ਡਿਵੈਲਪ ਕਰਦਿਆਂ, ਪਰ ਇਹ ਜਿਹੜੇ ਵੈਕਸੀਨ 2 ਸੀ ਜਿਹੜੇ ਕਿ ਜਿਹੜਾ ਮੋਡੀਫਿਕੇਸ਼ਨ ਦੇ ਨਾਲ ਤਿਆਰ ਹੋਏ ਨੇ ਦੋਨਾਂ ਕੰਪਨੀਆਂ ਦੇ, ਉਹ 10 ਮਹੀਨਿਆਂ ਵਿੱਚ ਤਿਆਰ ਹੋ ਕੇ ਆ ਗਏ। ਜਦੋਂ ਪਹਿਲਾਂ ਵੈਕਸੀਨੇਸ਼ਨ ਆਏ ਨੇ ਤਾਂ ਉਹਦੇ ਬਾਰੇ ਵੀ ਕਲੈਰਿਟੀ ਨਹੀਂ ਸੀ ਪੂਰੀ ਵੀ ਹੈ ਕਿੰਨੇ % ਇਫੈਕਟਿਵਨੈਸ ਹੋਣੀ ਹੈ, ਇਹਨੇ ਕਿੰਨੀ ਦੇਰ ਤੱਕ ਬਾਡੀ ਵਿੱਚ ਇਮਿਊਨਿਟੀ ਰੱਖਣੀ ਹੈ, ਕਦੋਂ ਪਹਿਲੀ ਡੋਜ਼ ਲੱਗਣੀ ਹੈ, ਕਦੋਂ ਸੈਕਿੰਡ, ਕਦੋਂ ਥਰਡ, ਇਹ ਪਹਿਲਾਂ ਦੀ ਗੱਲ ਕਰਨਾ। ਹੌਲੀ ਹੌਲੀ ਜਿਉਂ-ਜਿਉਂ ਸਪਲਾਈ ਵੱਧਦੀ ਗਈ ਤਿਉਂ-ਤਿਉਂ ਇਹਦੀਆਂ ਗੱਲਾਂ ਦੀ ਕਲੈਰਿਟੀ ਵੱਧਦੀ ਗਈ। ਫਿਰ ਕੈਨੇਡਾ ਦੇ ਵਿੱਚ ਜਦੋਂ ਸ਼ੁਰੂ ਦੇ ਵਿੱਚ ਸਾਡੀ ਜਿਹੜੀ ਗਵਰਨਮੈਂਟ ਉਹਨਾਂ ਨੇ ਕਾਫੀ ਵੈਕਸੀਨ ਆਰਡਰ ਕਰ ਲਏ, ਸਾਰਿਆਂ ਨੇ ਕੰਪਲੇਂਟ ਕਰਨੀ ਸ਼ੁਰੂ ਕਰਤੀ ਵੀ ਇਹ 97 ਮਿਲੀਅਨ ਕੱਲ੍ਹ ਹੀ ਆਰਡਰ ਕੀਤੇ ਨੇ। ਫਿਰ ਪਤਾ ਲੱਗਾ ਵੀ ਜੇ 37 ਮਿਲੀਅਨ ਪਾਪੂਲੇਸ਼ਨ ਹੈ, ਜੇ 3 ਡੋਜ਼ ਵੀ ਦੇਣੀ ਪੈਗੀ ਤਾਂ ਐਨਫ ਹੋ ਜਾਏਗੀ। ਸੋ ਸਾਰੀ ਸਪਲਾਈ ਹੋਈ। ਉਸ ਤੋਂ ਬਾਅਦ ਸਾਰਿਆਂ ਨੂੰ ਵੈਕਸੀਨੇਸ਼ਨ ਲੱਗਾ। ਕੈਨੇਡਾ ਦੇ ਕੋਸਟ ਟੂ ਕੋਸਟ ਸਾਰਿਆਂ ਨੂੰ ਵੈਕਸੀਨੇਸ਼ਨ ਲੱਗ ਗਏ। ਆਲਮੋਸਟ ਐਜ਼ ਜਿਹੜੀ ਸਟੇਜ ਹੈ 92% ਤਕਰੀਬਨ ਵੈਕਸੀਨੇਸ਼ਨ ਲੱਗ ਗਿਆ। ਪਹਿਲਾਂ ਲੱਗਾ ਸੀ ਅਡਲਟ ਨੂੰ, ਫਿਰ ਜ਼ਿਆਦਾ ਉਮਰ ਵਾਲੇ, ਫਿਰ 50 ਤੋਂ 60, ਫਿਰ ਆਪਾਂ ਆ ਗਏ 30 ਸਾਲ ਤੱਕ, ਫਿਰ 18, ਹੁਣ 5 ਸਾਲ ਤੱਕ ਪਹੁੰਚ ਗਏ ਨੇ। ਸੋ ਸਾਰਿਆਂ ਨੂੰ ਵੈਕਸੀਨੇਸ਼ਨ ਲੱਗ ਗਿਆ ਤਕਰੀਬਨ ਜਿਨ੍ਹਾਂ ਨੇ ਲਵਾਉਣੇ ਸੀ। ਪਰਸੈਂਟੇਜ ਹੈਗੀ ਹੈ ਜਿਹੜੇ ਨਹੀਂ ਲਵਾ ਰਹੇ, ਉਹਨਾਂ ਦੇ ਕਈ ਆਪਣੇ ਕਾਰਨ ਨੇ ਕਿ ਉਹਨਾਂ 'ਚ ਬਹੁਤ ਵੋਕਲ ਲੋਕ ਨੇ, ਕਿਉਂਕਿ ਕਈ ਤਰ੍ਹਾਂ ਦੇ ਇਸ਼ੂ ਉੱਠੇ ਨੇ। ਉਹਦੇ ਵਿੱਚੋਂ ਕਈ ਵਾਦ ਖੜਾ ਹੋਇਆ, ਉਸ ਕੰਮ 'ਚ ਨਹੀਂ ਮੈਂ ਜਾਣਾ। ਪਰ ਇੱਕ ਜ਼ਰੂਰ ਗੱਲ ਹੈਗੀ ਹੈ, ਇਹ ਕਲੀਅਰ ਹੋ ਗਿਆ ਵੀ ਜਦੋਂ 92% ਵੈਕਸੀਨੇਸ਼ਨ ਲੱਗ ਗਿਆ ਅਤੇ ਆਪਣੀ ਜਿਹੜੀ ਐਡਮਿਸ਼ਨ ਰੇਟ ਵੀ ਘੱਟ, ਡੈਥ ਰੇਟ ਵੀ ਘੱਟ ਗਈ, ਅਤੇ ਜਿਹੜੀਆਂ ਸਾਰੀਆਂ ਜੋ ਗੱਲਾਂ ਸੁਣਨੇ ਆ ਉਹਦੇ ਮੁਤਾਬਕ ਕਿਤੇ ਨਾ ਕਿਤੇ ਐਂਡ ਗੇਮ ਦੀ ਪਲਾਨ ਤੇ ਹੋਣੀ ਚਾਹੀਦੀ। ਪਤਾ ਤਾਂ ਹੋਏ, ਸਾਰੇ ਇਹ ਪੁੱਛਦੇ ਨੇ ਵੀ ਤੁਸੀਂ ਪ੍ਰੋਗਰਾਮ ਇਕੱਲਾ ਸਾਡੇ ਨਹੀਂ ਜਿਹੜੇ ਜੀ ਬਿਲਕੁਲ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਡਾਕਟਰ ਚੀਮਾ, ਮੇਰੇ ਦਿਮਾਗ ਦੇ ਵਿੱਚ ਉਹ ਸਾਰਾ ਟਾਈਮ ਘੁੰਮ ਗਿਆ ਕਿ ਜਿਵੇਂ ਸ਼ੁਰੂ ਹੋਇਆ, ਕਿਵੇਂ ਅਸੀਂ ਉਡੀਕ ਕੀਤੀ ਕਿ ਵੈਕਸੀਨ ਆਏਗੀ, ਕਦੋਂ ਸਾਡੇ ਵੈਕਸੀਨ ਲੱਗੇਗੀ। ਕਿਉਂਕਿ ਅਸੀਂ ਬਹੁਤ ਸਾਰੇ ਲੋਕ ਹਾਂ, ਅਸੀਂ ਦੇਖਿਆ ਕਿ ਪੁਰਾਣੇ ਸਮੇਂ ਦੇ ਵਿੱਚ ਵੀ ਸਾਨੂੰ ਵੀ ਜਨਮ ਤੋਂ ਲੈ ਕੇ ਜਿਹੜੀ ਵੈਕਸੀਨ ਉਹ ਲੱਗਦੀ ਰਹੀ ਹੈ, ਬਿਮਾਰੀਆਂ ਠੀਕ ਕਰਦੀ ਹੈ। ਇਸੇ ਕਰਕੇ ਅਸੀਂ ਲੋਕ ਜਿਹੜੇ ਆ ਉਹ ਹਾਂ ਪੱਖੀ ਆ ਵੀ ਹਾਂ ਵੈਕਸੀਨ ਲੱਗਣੀ ਚਾਹੀਦੀ ਹੈ। ਕਿਉਂਕਿ ਜਿਹੜੀ ਨਾ ਵੈਕਸੀਨੇਸ਼ਨ ਦਾ ਤੇ ਦੇਖੋ, ਜਿਹੜੀ ਵੀ ਕੋਈ ਵੀ ਜਿਹੜੀ ਬਿਮਾਰੀ ਦੁਨੀਆ 'ਚ ਕੰਟਰੋਲ ਹੋਈ ਹੈ, ਚਾਹੇ ਸਮਾਲ ਪੌਕਸ ਲੈ ਲਓ, ਚਿਕਨ ਪੌਕਸ ਦਾ ਕੰਟਰੋਲ ਹੋਇਆ, ਮੀਜ਼ਲ, ਮੰਪਸ, ਰੁਬੈਲਾ, ਹੈਪੇਟਾਈਟਸ A ਐਂਡ B, ਮੈਂ ਬੜੀ ਵਾਰੀ ਰਿਪੀਟ ਕੀਤਾ, ਮੈਨੇਂਜਾਈਟਸ, ਟੂਬਰਕਲੋਸਿਸ, ਸਾਰੀ ਜਿਹੜੀਆਂ ਗੱਲਾਂ ਵਿੱਚ ਕਿਤੇ ਨਾ ਕਿਤੇ ਵੈਕਸੀਨੇਸ਼ਨ ਦਾ ਬੜਾ ਰੋਲ ਹੈ। ਸਮਾਲ ਪੌਕਸ ਦੀ ਐਰੈਡੀਕੇਸ਼ਨ ਵੈਕਸੀਨੇਸ਼ਨ ਨਾਲ ਹੋਈ, ਪੋਲੀਓ ਦਾ ਕੰਟਰੋਲ ਤਾਂ ਹੀ ਹੋਇਆ ਵੈਕਸੀਨੇਸ਼ਨ ਕਰਕੇ। ਸੋ ਸਾਰਿਆਂ ਦੇ ਮਨ ਦੇ ਵਿੱਚ ਇਹ ਤਾਂ ਹੈਗੀ ਵੀ ਵੈਕਸੀਨੇਸ਼ਨ ਹੋਣੀ ਚਾਹੀਦੀ ਹੈ, ਪਰ ਸਵਾਲ ਇਹ ਲੋਕਾਂ ਦੇ ਮਨ 'ਚ ਪੈਦਾ ਹੋਇਆ ਪਹਿਲਾਂ ਕਿ ਵੀ ਏਡੀ ਜਲਦੀ ਕਿਸ ਤਰ੍ਹਾਂ ਬਣ ਗਈ, ਉਹਦਾ ਵੀ ਉਹਨਾਂ ਨੇ ਐਕਸਪਲੇਨ ਕਰ ਦਿੱਤਾ। ਹੁਣ ਆਪਾਂ ਜਿਹੜੀ ਸਟੇਜ 'ਤੇ ਪਹੁੰਚੇ ਹਾਂ, ਜਿਹੜਾ ਕੋਈ ਵੀ ਵੈਕਸੀਨੇਸ਼ਨ ਹੈ ਉਹਦੇ ਵਿੱਚ ਜਿਹੜੀ ਬਾਡੀ ਵਿੱਚ ਇਮਿਊਨਿਟੀ ਬਣਦੀ ਹੈ, ਉਹਦਾ ਟਾਈਮ ਹੁੰਦਾ। ਫਾਰ ਐਗਜ਼ਾਮਪਲ ਕਿ ਜੇ ਆਪਾਂ ਲਾਈਏ ਦਾ ਟੈਟਨਸ ਦਾ ਇੰਜੈਕਸ਼ਨ ਫਾਰ ਐਗਜ਼ਾਮਪਲ 10 ਸਾਲਾਂ ਬਾਅਦ ਲਾਉਣਾ ਪੈਂਦਾ, ਫਲੂ ਦਾ ਆਪਾਂ ਹਰ ਸਾਲ ਲਾਉਂਦੇ ਹਾਂ, ਜਿਹੜਾ ਨਮੋਨੀਆ ਦਾ ਵੈਕਸੀਨੇਸ਼ਨ 5 ਜਾਂ 10 ਸਾਲਾਂ ਬਾਅਦ ਰਿਪੀਟ ਕਰਨੇ ਆ, ਜਿਹੜੇ ਹੈਪੇਟਾਈਟਸ ਦੇ ਇੰਜੈਕਸ਼ਨ ਨੇ ਉਹ ਵੀ 5 ਤੋਂ 10 ਸਾਲ ਬਾਅਦ ਰਿਪੀਟ ਕਰਨੇ ਆ, ਜਿਹੜੇ ਬਾਕੀ ਨੇ ਇੰਜੈਕਸ਼ਨ ਬੱਚਿਆਂ ਦੇ ਜਦੋਂ ਸ਼ੁਰੂ ਹੁੰਦੇ ਨੇ 2 ਮਹੀਨੇ ਦੀ ਏਜ ਤੋਂ ਲੈ ਕੇ ਫਿਰ 4 ਮਹੀਨੇ, ਫਿਰ 6, ਫਿਰ 12 ਮਹੀਨੇ, ਫਿਰ 18, ਫਿਰ ਉਸ ਤੋਂ ਬਾਅਦ 4 ਤੋਂ 6 ਸਾਲ ਦੇ ਵਿਚਕਾਰ, ਫਿਰ ਉਸ ਤੋਂ ਬਾਅਦ ਐਵਰੀ 10 ਈਅਰ। ਸੋ ਇਹ ਜਿਹੜੀ ਲੜੀ ਉਹ ਚੱਲਦੀ ਰਹਿੰਦੀ ਹੈ। ਉਹਦੇ ਪਿੱਛੇ ਜਿਹੜੀ ਸਾਰੀ ਸਟੱਡੀਜ਼ ਨੇ ਜਾਂ ਜੋ ਵੀ ਸਾਇੰਸ ਦੇ ਮੁਤਾਬਕ ਉਹ ਸਾਰਾ ਕੁਝ ਠੀਕ ਚੱਲਦਾ ਰਿਹਾ। ਹੁਣ ਇਹ ਜਿਹੜਾ ਵੈਕਸੀਨ ਹੈ, ਜਿਹੜੀਆਂ ਕੰਪਨੀਆਂ, ਕਾਫੀ ਕੰਪਨੀਆਂ ਨੇ, 1, 2 ਜਾਂ 3, 4, 5 ਨਹੀਂ, ਜ਼ਿਆਦਾ ਕੰਪਨੀਜ਼ ਨੇ। ਨਾਰਥ ਅਮਰੀਕਾ ਵਿੱਚ 2-3 ਕੰਪਨੀਆਂ ਦਾ ਨਾਂ ਹੀ ਹੁੰਦਾ, ਪਰ ਜਿਹੜੇ ਬਾਕੀ ਵੀ ਲੋਕ ਵਸਦੇ ਨੇ ਸਾਰੇ ਮੁਲਕਾਂ ਵਿੱਚ, ਉਹ ਤਾਂ ਕੋਈ ਹੈ ਨਹੀਂ ਵੀ ਉਹ ਨਹੀਂ ਵਸਦੇ, ਉਹ ਵੀ ਡੀਲ ਕਰਦੇ ਪਏ ਨੇ। ਉਹਨਾਂ ਨੇ ਆਪਣੇ ਤਰੀਕੇ ਨਾਲ ਵੈਕਸੀਨੇਸ਼ਨ ਬਣਾਏ ਨੇ। ਸੋ ਕਾਫੀ ਜਿਹੜੀ ਨਾ ਰੋਕਥਾਮ ਹੋਈ ਹੈ। ਪਰ ਹੁਣ ਪਿਛਲੇ ਮੈਂ ਸਮਝਦਾ ਵੀ 2-3 ਹਫ਼ਤਿਆਂ 'ਚ ਵੇਖਿਆ ਗਿਆ ਥੋੜ੍ਹਾ ਜਿਹਾ ਕਨਫਿਊਜ਼ਨ ਕ੍ਰੀਏਟ ਹੋ ਗਿਆ। ਕਨਫਿਊਜ਼ਨ ਤਾਂ ਕਿ ਵੈਕਸੀਨੇਸ਼ਨ ਲੱਗ ਗਿਆ,
ਹਰ ਇੱਕ ਪ੍ਰੋਵਿੰਸ ਦੇ ਆਪੋ ਆਪਣੇ ਰੂਲ ਬਣਾ ਰਹੇ ਨੇ। ਕੋਈ ਕਹਿੰਦਾ ਪਾਸਪੋਰਟ ਤੁਸੀਂ ਯੂਜ਼ ਕਰ ਸਕਦੇ ਹੋ, ਕਈਆਂ ਨੇ ਖ਼ਤਮ ਕਰ ਦਿੱਤਾ, ਕਈਆਂ ਨੇ ਗੈਦਰਿੰਗ ਦਾ ਕੰਟਰੋਲ ਘੱਟ ਕੀਤਾ, ਕਈਆਂ ਨੇ ਚੇਂਜ ਕਰ ਦਿੱਤਾ। ਸੋ ਇਹਦੇ ਨਾਲ ਲੋਕੀ ਪੁੱਛਦੇ ਪਏ ਨੇ ਵੀ ਜੇ ਸਾਨੂੰ ਕਿਸੇ ਹੋਰ ਪ੍ਰੋਵਿੰਸ ਮੂਵ ਹੋਣਾ ਤੇ ਉੱਥੇ ਰੂਲ ਬਦਲਦੇ ਨੇ, ਇੱਥੇ ਆਪਾਂ ਹੋਰ ਟਰਾਂਸਪੋਰਟੇਸ਼ਨ ਵਾਲਿਆਂ ਨੂੰ ਮੁਸ਼ਕਿਲ ਪੈ ਰਹੀ ਹੈ ਵੀ ਬਾਰਡਰ ਕ੍ਰਾਸ ਕਰਨ ਵਾਸਤੇ, ਜਾਂ ਉਹਨਾਂ ਨੂੰ ਕੋਈ ਹੋਰ ਕੋਈ ਇਸ਼ੂਜ਼ ਨਹੀਂ ਆਏਗਾ। ਕਿਉਂਕਿ ਜਦੋਂ ਏਡਾ ਵੱਡਾ ਇੱਕ ਐਡੀ ਵੱਡੀ ਮਾਰ ਪਈ ਹੈ ਦੁਨੀਆ ਦੇ ਵਿੱਚ, ਇਹਦੇ ਵਿੱਚ ਕਾਫੀ ਕੁਝ ਮਿਸ ਇਨਫੋਰਮੇਸ਼ਨ ਬੜੀ ਆਈ ਪਹਿਲਾਂ, ਉਸ ਤੋਂ ਲੋਕ ਡਰ ਗਏ, ਫਿਰ ਮਿਸ ਇਨਫੋਰਮੇਸ਼ਨ ਦੱਬੀ ਗਈ, ਫਿਰ ਚੰਗੀ ਇਨਫੋਰਮੇਸ਼ਨ ਆ ਗਈ, ਕੰਮ ਠੀਕ ਹੋ ਗਿਆ। ਹੁਣ ਮਿਸ ਇਨਫੋਰਮੇਸ਼ਨ ਫਿਰ ਆਉਣੀ ਸ਼ੁਰੂ ਹੋ ਗਈ ਹੈ ਵੀ ਜੀ ਇਹ ਜੀ ਠੀਕ ਨਹੀਂ ਹੈਗਾ ਜੀ, ਇਹ ਕਿਉਂ ਲਵਾ ਰਹੇ ਨੇ, ਥਰਡ ਡੋਜ਼ ਕਿਉਂ ਮੰਗਦੇ ਪਏ ਨੇ, ਕੀ ਗਰੰਟੀ ਹੈ ਵੀ ਥਰਡ ਡੋਜ਼ ਤੋਂ ਬਾਅਦ ਤੁਸੀਂ ਠੀਕ ਹੋਣਾ ਕਿ ਚੌਥੀ ਲਵਾਉਣੀ ਹੈ। ਜਿਸ ਤਰ੍ਹਾਂ ਫॉर ਐਗਜ਼ਾਮਪਲ ਮੇਰੀ ਏਜ 'ਤੇ ਮੈਂ ਥਰਡ ਡੋਜ਼ ਲਵਾ ਚੁੱਕਾ, ਪਰ ਉਹਦੇ ਨਾਲ ਇਹ ਹੈ ਕਿਉਂਕਿ ਮੈਨੂੰ ਹੋਰ ਪ੍ਰੋਬਲਮਸ ਨੇ ਹੈਲਥ ਦੀਆਂ, ਸੋ ਮੈਨੂੰ ਤਾਂ ਪ੍ਰੋਟੈਕਸ਼ਨ ਕਰਨੀ ਪੈਣੀ। ਮੇਰੇ ਵਰਗੇ ਮਿਲੀਅਨਸ ਆਫ ਲੋਕ ਨੇ ਜਿਹੜੇ ਲਵਾ ਰਹੇ ਨੇ, ਕਈ ਲੱਖਾਂ ਲੋਕ ਹੋਣਗੇ ਜਿਹੜੇ ਨਹੀਂ ਲਵਾਉਣਾ ਚਾਹੁੰਦੇ, ਤੇ ਉਹ ਪੁੱਛਦੇ ਨੇ ਵੀ ਥਰਡ ਤੇ ਲਾਤੀ ਹੈ ਤੇ ਚੌਥੀ ਡੋਜ਼ ਦਾ ਕੀ ਕਿਉਂ ਲਾਣੀ ਹੈ, ਕਦੋਂ ਲਾਣੀ ਹੈ, ਤੁਸੀਂ ਕੋਈ ਮੇਜਰਮੈਂਟ ਕਰਦੇ ਪਏ ਹੋ, ਕੋਈ ਐਂਟੀਬਾਡੀ ਕੋਈ ਟੈਸਟ ਕਰਦੇ ਪਏ ਹੋ, ਕਿਸ ਬੇਸ 'ਤੇ ਕੰਮ ਹੋ ਰਿਹਾ। ਉਹ ਜਿਹੜੀਆਂ ਸਟੱਡੀਜ਼ ਨੇ ਵੱਡੀਆਂ, ਉਹ ਮੈਂ ਦੇਖੀਆਂ ਨਹੀਂ ਬਹੁਤੀਆਂ, ਹੋ ਸਕਦਾ ਹੁਣ ਕਿਉਂਕਿ ਮੇਰੇ ਨੌਲੇਜ ਵਿੱਚ ਤੇ ਜੋ ਮੈਨੂੰ ਇਨਫੋਰਮੇਸ਼ਨ ਸਾਡੀ ਐਸੋਸੀਏਸ਼ਨ ਤੋਂ ਆਉਂਦੀ ਹੈ, ਜਾਂ ਮੈਂ ਜੋ ਪੜ੍ਹਨਾ, ਜਾਂ ਜੋ ਆਪਾਂ ਦੇਖੀਦਾ ਹੈਲਥ ਕੇਅਰ ਦੇ ਬੁਲੇਟਿਨ ਤੋਂ, ਉਹ ਮੈਂ ਇਨਫੋਰਮੇਸ਼ਨ ਸ਼ੇਅਰ ਕਰਦਾ ਪਿਆ। ਕਿਉਂਕਿ ਆਪਣੀ ਕਹਾਣੀ ਤੇ ਆਪਾਂ ਘੜ ਨਹੀਂ ਸਕਦੇ ਘਰ ਬਹਿ ਕੇ ਵੀ ਆਹ ਗੱਲ ਕਰ ਲਓ ਜੀ, ਇੱਦਾਂ ਹੋ ਗਿਆ, ਆਹ ਹੋ ਗਿਆ। ਪਰ ਇਹ ਜ਼ਰੂਰ ਹੈਗਾ ਵੀ ਸਾਊਥ ਏਸ਼ੀਅਨ ਭਾਈਚਾਰੇ ਨੇ ਜਿਨ੍ਹਾਂ ਨੇ ਮੈਕਸੀਮਮ ਜਿਹੜੀ ਨਾ ਵੈਕਸੀਨੇਸ਼ਨ ਲਵਾਈ ਹੈ। ਇੱਕ ਮੈਂ ਸਟੈਟਿਸਟਿਕਸ ਮੈਂ ਦੇਖਦਾ ਪਿਆ ਸੀ ਕਿ ਈਵਨ ਜਿਹੜੇ ਟਰੱਕ ਡਰਾਈਵਰ ਨੇ ਜਾਂ ਟਰੱਕ ਆਪਰੇਟਰ ਨੇ, ਓਨਰ ਨੇ, ਉਹਦੇ ਵਿੱਚੋਂ ਤਕਰੀਬਨ 16% ਨੇ ਸਾਊਥ ਏਸ਼ੀਅਨ। ਉਹਨਾਂ ਵਿੱਚੋਂ ਮੈਜੋਰਟੀ ਲੋਕਾਂ ਨੇ ਇੰਜੈਕਸ਼ਨ ਆਲਰੇਡੀ ਲਵਾਏ ਨੇ। ਤੇ ਇਸੇ ਕਰਕੇ ਆ ਪ੍ਰੋਟੈਸਟ ਵਿੱਚ ਤੁਸੀਂ ਬਹੁਤੇ ਆਪਣੇ ਲੋਕ ਨਹੀਂ ਵੇਖੇ ਸਾਊਥ ਏਸ਼ੀਅਨ ਭਾਈਚਾਰੇ ਦੇ, ਪਰ ਨਾਲ ਕਈ ਲੋਕ ਗਏ ਵੀ ਸਨ ਇਸ ਕਰਕੇ ਵੀ ਉਹ ਆਪਣੇ ਜਿਹੜੇ ਕੋਲੀਗਸ ਨੇ ਉਹਨਾਂ ਨੂੰ ਸਪੋਰਟ ਕਰਨਾ ਚਾਹੁੰਦੇ ਨੇ। ਸੋ ਅੱਜ ਦੇ ਟਾਈਮ ਦੇ ਵਿੱਚ ਮੈਂ ਸਮਝਦਾ ਵੀ ਜਿਹੜੀ ਸਵਾਲ ਉੱਠਦਾ ਪਿਆ ਵੀ ਇਹਦੀ ਐਂਡ ਗੇਮ ਕੀ ਹੈ, ਇਹਦੀ ਕੋਈ ਡਾਇਰੈਕਸ਼ਨ ਦਿਓ, ਤੇ ਇਹ ਤੇ ਹੁਣ ਪ੍ਰੋਵਿੰਸ ਦਾ ਤੇ ਫੈਡਰਲ ਗਵਰਨਮੈਂਟ ਦਾ ਕੰਮ ਹੈ ਦੱਸਣਾ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਹੁਣ ਕਿਹਾ ਕਿ ਹੁਣ ਹਰਡ ਇਮਿਊਨਿਟੀ ਦੀ ਗੱਲ ਹੋ ਰਹੀ ਸੀ ਕਿ ਇੰਨੇ ਲੋਕਾਂ ਦੇ ਵੈਕਸੀਨ ਲੱਗ ਗਈ ਹੈ, ਬਣ ਗਈ ਹੋਣੀ ਹੈ, ਸੋ ਰਿਸਟ੍ਰਿਕਸ਼ਨਸ ਅਜੇ ਵੀ ਨਹੀਂ ਲਿਫਟ ਕੀਤੀਆਂ ਜਾ ਰਹੀਆਂ। ਹੁਣ BC ਦੇ ਵਿੱਚ ਇਹੀ ਪ੍ਰੋਵਿੰਸ ਹੈ ਜਿਹਦੇ ਵਿੱਚ ਕਿਹਾ ਗਿਆ ਕਿ ਇਨਡੋਰ ਮਾਸਕ ਜ਼ਰੂਰੀ ਹੈ, ਤੁਸੀਂ ਵੈਕਸੀਨ ਪਾਸਪੋਰਟ ਜਿਹੜਾ ਦਿਖਾਉਣਾ। ਬਹੁਤ ਸਾਰੀ ਪ੍ਰੋਵਿੰਸਸ ਨੇ ਵੈਕਸੀਨ ਪਾਸਪੋਰਟ ਵੀ ਚੱਕ ਦਿੱਤਾ, ਬੰਦ ਕਰ ਦਿੱਤਾ। ਹੁਣ ਇਹ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਟਰੈਵਲ ਕਰਨ ਵਾਲੇ ਨੂੰ ਵੀ ਥੋੜ੍ਹਾ ਜਿਹਾ ਕਨਫਿਊਜ਼ਨ ਹੈ ਕਿ ਮੈਂ ਅਲਬਰਟਾ ਤੇ ਜੇ ਮੂਵ ਹੋਣਾ ਉੱਥੇ ਤਾਂ ਵੈਕਸੀਨ ਪਾਸਪੋਰਟ ਹੈ ਨਹੀਂ, ਜਾਂ ਅਲਬਰਟਾ ਵਾਲਾ ਜਿਹੜਾ ਕੋਈ BC ਚਾਹੁੰਦਾ ਉਹ ਕਹਿੰਦੇ ਆ ਕਿ ਉੱਧਰ ਤਾਂ ਹੈ ਨਹੀਂ, ਹੁਣ ਸਾਨੂੰ ਇੱਥੇ ਵੈਕਸੀਨ ਪਾਸਪੋਰਟ ਦੇ ਨਾਲ ਕੰਮ ਕਰਨਾ ਪੈਣਾ। ਸੋ ਬਹੁਤ ਸਾਰੀ ਕਨਫਿਊਜ਼ਨ ਦੇ ਵਿੱਚ ਜਦੋਂ ਅਸੀਂ ਇਹ ਕੋਵਿਡ ਦੀ ਗੱਲ ਕਰਦੇ ਹਾਂ, ਕੋਵਿਡ ਦੇ ਵਿੱਚ ਹੁਣ ਸਸਕੈਚੇਵਨ ਵਾਲੇ ਆ ਉਹਨਾਂ ਨੇ ਵੀ ਕਹਿ ਦਿੱਤਾ ਕਿ ਅਸੀਂ ਤਾਂ ਕੰਟਰੋਲ ਕਰਨਾ ਹੀ ਬੰਦ ਕਰ ਦਿੱਤਾ ਕਿ ਕੋਵਿਡ ਹੈ ਹੀ ਨਹੀਂ। ਹੁਣ ਇਹ ਇੱਕ ਥਾਂ ਤੇ ਕਨਫਿਊਜ਼ਨ ਚੱਲ ਰਹੀ ਆ, ਹੁਣ ਦੂਜੇ ਪਾਸੇ ਅਸੀਂ ਕੋਵਿਡ ਨੂੰ ਭੁੱਲ ਚੁੱਕੇ ਹਾਂ, ਤੇ ਆ ਹੁਣ ਜਿਹੜਾ ਹੁਣ ਹਮਲਾ ਹੋਇਆ ਯੂਕਰੇਨ ਵਾਲਾ, ਰਸ਼ੀਆ ਵਾਲਾ, ਉਹ ਵੀ ਕਿੰਨਾ ਮੰਦਭਾਗਾ, ਉਸ ਵਿਚਕਾਰ ਵੀ ਅਸੀਂ ਕੋਵਿਡ ਨੂੰ ਭੁੱਲ ਗਏ ਹਾਂ। ਪਰ ਨਾਲ ਅਸੀਂ ਕੋਵਿਡ ਵੀ ਭੁੱਲ ਗਏ ਹਾਂ ਤੇ ਸਾਡੀਆਂ ਜਿਹੜੀਆਂ ਕ੍ਰੋਨਿਕ ਡਿਸੀਜ਼ ਹੈਗੀਆਂ ਉਹਨਾਂ ਨੂੰ ਵੀ ਭੁੱਲ ਗਏ ਹਾਂ। ਹੁਣ ਉਹਨਾਂ ਦੇ ਵਿੱਚ ਅਸੀਂ ਜੇ ਹਾਰਟ ਅਟੈਕ ਦੀ ਗੱਲ ਕਰ ਲਈਏ, ਸਟ੍ਰੋਕ ਦੀ ਗੱਲ ਕਰ ਲਈਏ, ਬਹੁਤ ਸਾਰੇ ਉਹ ਲੋਕ ਹੈ ਜਿਹੜੇ ਇਹਨਾਂ ਬਿਮਾਰੀਆਂ ਦੇ ਨਾਲ ਜੂਝ ਰਹੇ ਨੇ। ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਇਹ ਬਿਮਾਰੀਆਂ ਦੇ ਉੱਤੇ ਵੀ ਵੱਧ ਜ਼ੋਰ ਦੇਣਾ ਚਾਹੀਦਾ ਕੋਵਿਡ ਦੇ ਨਾਲੋਂ? ਦੇਖੋ, ਇੱਕ ਸਿਸਟਮ ਤੇ ਬੜਾ ਕਲੀਅਰ ਹੈ ਵੀ 26 ਮਹੀਨੇ ਪਹਿਲਾਂ ਸਾਰਾ ਉਹਨਾਂ ਦੇ ਫੋਕਸ ਸੀ, ਤੇ ਇਹ ਜਿਹੜੀ ਬਲਾ ਦੇ ਵਿੱਚ ਆ ਕੇ ਪੈ ਗਈ ਗੱਲ ਸਾਰਿਆਂ ਦੇ। ਇਹਨੇ ਆ ਕੇ ਤੇ ਕੋਈ ਤਿਆਰੀ ਨਹੀਂ ਸੀ ਕਿਸੇ ਨੇ ਕੀਤੀ, ਪਰ ਜਿਹੜੀ ਲੋਕਾਂ ਨੂੰ ਪ੍ਰੋਬਲਮ ਸੀ ਉਦੋਂ ਨਹੀਂ ਬਦਲੀਆਂ ਨਾ। ਏਜ ਗਰੁੱਪ ਸਗੋਂ ਉਮਰ ਵਧੀ ਅੱਗੇ ਨਾਲ 2 ਸਾਲ ਲੋਕਾਂ ਦੀ, ਜਿਹੜੀ ਉਹਨਾਂ ਦਾ ਕੰਟਰੋਲ ਸੀ। ਫॉर ਐਗਜ਼ਾਮਪਲ ਜਿਹਨਾਂ ਨੂੰ ਡਾਇਬਟੀਜ਼ ਜਾਂ ਕਿਡਨੀਜ਼ ਦੇ ਇਸ਼ੂ ਸੀ, ਹਾਰਟ ਦੇ ਇਸ਼ੂ ਸਨ, ਕੋਈ ਲੋਕਾਂ ਨੂੰ ਕਲੌਟਿੰਗ ਦਾ ਇਸ਼ੂ ਸੀ, ਲੋਕਾਂ ਨੂੰ ਭਾਰ ਵਧਣ ਦਾ ਇਸ਼ੂ, ਉਹ ਤਾਂ ਹੈ ਹੀ ਸੀ। ਨਾਲ 5ਵਾਂ 6ਵਾਂ ਹੋਰ ਸਿਆਪਾ ਖੜਾ ਹੋ ਗਿਆ ਕਿ ਡਰਿੰਕ ਕਰਨ ਦਾ ਲੋਕਾਂ ਨੂੰ ਬੜਾ ਇਸ਼ੂ ਪੈ ਗਿਆ। ਕਿਉਂਕਿ ਜਦੋਂ ਤੁਸੀਂ ਸਟ੍ਰੈਸ ਦੇ ਵਿੱਚ ਹੁੰਦੇ ਹੋ, ਕਈ ਲੋਕ ਘਰ ਬੈਠੇ ਸ਼ਰਾਬ ਪੀ ਜਾਂਦੇ ਸੀ, ਉਹਨਾਂ ਨੇ ਐਨਫ ਜਿਹੜਾ ਬਾਕੀ ਬਾਡੀ ਨੂੰ ਵੀ ਡੈਮੇਜ ਕਰ ਲਿਆ। ਲਿਵਰ ਦਾ ਵੀ ਬੜੇ ਇਸ਼ੂ ਆ ਰਹੇ ਹਨ ਬਾਹਰ ਕਿ ਇਸ ਚੀਜ਼ਾਂ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ। ਸੋ ਜਿਹੜੀ ਕ੍ਰੋਨਿਕ ਡਿਜ਼ੀਜ਼ ਮੈਨੇਜਮੈਂਟ ਹੈ, ਜਿਹਦੇ ਵਿੱਚ ਮੋਸਟ ਜਿਹੜੇ ਪ੍ਰੋਵਿੰਸ ਦਾ ਕਹਿ ਸਕਦੇ ਹਾਂ ਵੀ ਜ਼ੋਰ ਸੀ, BC ਵਿੱਚ ਖਾਸ ਕਰਕੇ, ਹੋ ਸਕਦਾ ਵੀ ਆ ਜਿਹੜਾ 26 ਮਹੀਨਿਆਂ ਵਿੱਚ ਜਿਹੜੇ ਰਿਸੋਰਸਿਸ ਵੀ ਨੇ ਪੂਰੇ ਹੋ ਸਕਦਾ ਉਸ ਪਾਸੇ ਨਾ ਗਏ ਹੋਣ। ਪਲੱਸ ਨਾਲ ਇਹ ਵੀ ਦੇਖੋ ਵੀ ਜਿੰਨੇ ਬੈੱਡਸ ਨੇ ਉਹ
ਕੋਈ ਨੰਬਰ ਹੀ ਹੈ ਬੈੱਡ ਦਾ, ਕੋਈ ਇੱਦਾਂ ਖੁੱਲ੍ਹੇ ਤਾਂ ਹੈ ਨਹੀਂ ਵੀ ਸਾਰੇ ਬੈੱਡ ਖੁੱਲ੍ਹੇ ਨੇ ਜਿੰਨੇ ਮਰਜ਼ੀ ਤੁਸੀਂ ਚਲੇ ਜਾਓ। ਉਹ ਹਰ ਕੰਮ ਲਈ ਡੈਜ਼ਿਗਨੇਟ ਨੇ ਵੀ ਆ ਸਰਜਰੀ ਵਾਸਤੇ ਨੇ, ਕੈਂਸਰ ਟਰੀਟਮੈਂਟ ਦੇ ਨੇ, ਹਾਰਟ ਵਾਲੇ ਪੇਸ਼ੈਂਟ ਵਾਸਤੇ ਨੇ। ਹਰ ਇੱਕ ਹਸਪੀਟਲ ਦੇ ਵਿੱਚ ਸਿਸਟਮ ਆਰਗੇਨਾਈਜ਼ ਸੀ ਤੇ ਉਹ ਇੱਕ ਟਾਈਮ ਦੇ ਵਿੱਚ ਉਹ ਸਾਰਾ ਠੱਪ ਕਰਨਾ ਪਿਆ, ਬੰਦ ਕਰਨਾ ਪਿਆ, ਇਲੈਕਟਿਵ ਸਰਜਰੀ ਬੰਦ ਕਰਨੀ ਪਈ। ਸੋ ਉਹ ਜਿਹੜਾ ਸਾਰੇ ਜਿਹੜੇ ਲੋਕ ਆਲਰੇਡੀ ਲਾਈਨ ਦੇ ਵਿੱਚ ਨੇ, ਉਹ ਲਾਈਨ ਕਾਫੀ ਲੰਬੀ, ਨੈਚੁਰਲੀ ਲੰਬੀ। ਉਹਦੇ ਮੇਰੇ ਕੋਲ ਕੋਈ ਸਟੈਟਿਸਟਿਕਸ ਤਾਂ ਹੈ ਨਹੀਂ, ਇਹ ਕਾਮਨ ਸੈਂਸ ਹੈ ਵੀ ਜੇ ਤੁਸੀਂ A ਤੋਂ B ਪੁਆਇੰਟ 'ਤੇ ਨਹੀਂ ਜਾ ਰਹੇ ਤੇ A 'ਤੇ ਖੜੇ ਹੋ ਤਾਂ ਕੁਛ ਨਾ ਕੁਛ ਤਾਂ ਲਾਈਨ ਤੁਹਾਡੀ ਵਧਣੀ ਹੈ ਉੱਥੇ। ਤਾਂ ਇਹ ਤਾਂ ਸਾਰਿਆਂ ਨੂੰ ਪਤਾ। ਤੇ ਇਹ ਚਾਹੀਦਾ ਵੀ ਮੇਰੇ ਹਿਸਾਬ ਨਾਲ ਜਿਹੜਾ ਪ੍ਰੋਵਿੰਸ ਨੇ, BC ਨੇ ਤਾਂ ਕਾਫੀ ਚੰਗੇ ਤਰੀਕੇ ਨਾਲ ਇਹਨੂੰ ਹੈਂਡਲ ਕੀਤਾ ਕਿ ਇਸ ਚੀਜ਼ ਨੂੰ ਹਮੇਸ਼ਾ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਹੈ ਅਪ ਫਰੰਟ ਵੀ ਅਸੀਂ ਹੁਣ ਆਹ ਕਰਨ ਲੱਗੇ ਹਾਂ, ਅਸੀਂ ਇਹ ਕਰਨ ਲੱਗੇ ਹਾਂ, ਤੁਸੀਂ ਇਸ ਹਿਸਾਬ ਨਾਲ ਤਿਆਰੀ ਕਰ ਲਓ। ਪਰ ਹੁਣ ਇਸ ਸਟੇਜ ਦੇ ਵਿੱਚ ਥੋੜ੍ਹਾ ਜਿਹਾ ਮੈਨੂੰ ਆ ਰਿਹਾ ਕਿ ਇਹ ਐਂਡ ਗੇਮ ਬਾਰੇ ਗੱਲ ਨਹੀਂ ਕਰਦੇ ਪਏ ਵੀ ਕਦੋਂ ਇਹ ਹੋਰ ਹੋਣਾ ਚੇਂਜ ਤਾਂ ਕਿ ਲੋਕਾਂ ਨੂੰ ਕਲੈਰਿਟੀ ਹੋ ਜਾਏ। ਜੀ ਬਿਲਕੁਲ, ਕਲੈਰਿਟੀ ਦੀ ਸਾਨੂੰ ਜ਼ਿਆਦਾ ਜ਼ਰੂਰਤ ਹੈਗੀ ਹੈ। ਪਰ ਹੁਣ ਇਸ ਵਿਚਕਾਰ ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਆਪਣੇ ਪ੍ਰੋਗਰਾਮ 'ਚ ਅਕਸਰ ਗੱਲ ਕਰਦੇ ਹਾਂ ਮੈਂਟਲ ਹੈਲਥ ਦੇ ਬਾਰੇ, ਪਰ ਬਹੁਤ ਸਾਰੇ ਲੋਕ ਇਸ ਬਾਰੇ ਗੱਲ ਕਰਨ ਤੋਂ ਕਤਰਾਉਂਦੇ ਆ। ਸ਼ਾਇਦ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ, ਮੈਂਟਲ ਹੈਲਥ ਦੀ ਗੱਲ ਕਰਾਂਗੇ ਸਾਨੂੰ ਲੋਕ ਪਾਗਲ ਕਮਲੇ ਸਮਝਣਗੇ, ਜੇ ਅਸੀਂ ਆਪਣੀ ਗੱਲ ਅੱਗੇ ਰੱਖਾਂਗੇ ਤਾਂ ਲੋਕ ਸਮਝਣਗੇ ਕਿ ਸ਼ਾਇਦ ਸਾਨੂੰ ਇਸ ਟੌਪਿਕ ਦੇ ਉੱਤੇ ਗੱਲ ਨਹੀਂ ਕਰਨੀ ਚਾਹੀਦੀ। ਹੁਣ ਮੈਂਟਲ ਹੈਲਥ ਨੂੰ ਲੈ ਕੇ ਬਹੁਤ ਸਾਰੀਆਂ ਲੋਕ ਜਿਹੜੇ ਨੇ ਉਹ ਜੂਝ ਰਹੇ ਨੇ ਮੈਂਟਲ ਹੈਲਥ ਨੂੰ ਲੈ ਕੇ, ਕਿਉਂਕਿ ਜਿਹੜਾ 2 ਸਾਲ ਲੋਕ ਘਰਾਂ ਦੇ ਵਿੱਚ ਰਹੇ ਨੇ ਉਹ ਕਿਤੇ ਨਾ ਕਿਤੇ ਹੁਣ ਬਾਹਰ ਆ ਰਹੀ ਹੈ। ਐਂਗਜ਼ਾਇਟੀ ਜਿਹੜੀ ਪਹਿਲਾਂ ਬਣੀ ਹੋਈ ਸੀ ਉਹ ਬਾਹਰ ਆ ਰਹੀ ਹੈ। ਤੁਹਾਨੂੰ ਕੀ ਲੱਗਦਾ ਮੈਂਟਲ ਹੈਲਥ ਕਿੰਨੀ ਕੁ ਇੰਪੋਰਟੈਂਟ ਹੋ ਸਕਦੀ? ਦੇਖੋ, ਮੈਂ ਸਮਝਦਾ ਕਿ ਇਸ ਏਰੀਏ ਵਿੱਚ ਮੈਂ ਨਹੀਂ ਕਹਿੰਦਾ ਇਕੱਲਾ ਮੈਨੂੰ ਐਕਸਪੀਰੀਅੰਸ ਹੈ, ਪਰ ਮੈਂ ਇਹ ਬੇਸਡ ਔਨ ਮੈਂ ਕਿ ਤੱਥਾਂ ਦੇ ਆਧਾਰ 'ਤੇ ਮੈਂ ਗੱਲ ਕਰ ਸਕਦਾ ਐਕਸਪੀਰੀਅੰਸ ਤੋਂ ਕਿ ਪਹਿਲਾਂ ਮੈਂ ਕੈਨੇਡਾ ਦੇ ਵਿੱਚ ਪਹਿਲਾਂ ਮਿਨਿਸਟਰ ਆਫ ਮੈਂਟਲ ਹੈਲਥ BC ਦੇ ਵਿੱਚ। ਸੋ ਮੈਨੂੰ ਸਾਰੀ ਇਨਫੋਰਮੇਸ਼ਨ ਦਾ 2001 ਦੇ ਵਿੱਚ ਰੀਜ਼ਨੇਬਲ ਇਹਦੇ ਬਾਰੇ ਨੌਲੇਜ ਸੀ। ਇਨਫੋਰਮੇਸ਼ਨ ਲੋਕਾਂ ਨੂੰ ਪ੍ਰੋਵਾਈਡ ਕੀਤੀ, ਗੱਲਬਾਤ ਕੀਤੀ। ਜਦੋਂ ਮੈਂ ਬਾਹਰ ਜਾਣਾ ਸ਼ੁਰੂ ਕੀਤਾ ਲੋਕੀ ਸ਼ੌਕ ਹੋ ਗਏ ਇਸ ਗੱਲ ਤੋਂ ਕਿ ਹਰ ਜਿਹੜਾ ਪੰਜਵਾਂ ਇਨਸਾਨ ਹੈ, ਚੌਥੇ ਉਦੋਂ ਚੌਥਾ ਕਹਿੰਦੇ ਸੀ, ਹੁਣ ਮੇਰੇ ਖਿਆਲ ਹਰ ਪੰਜਵਾਂ ਜਿਹੜਾ ਇਨਸਾਨ ਹੈ ਕਦੀ ਨਾ ਕਦੀ ਲਾਈਫ ਟਾਈਮ ਦੇ ਵਿੱਚ ਉਹਨੂੰ ਇਹ ਇਸ਼ੂ ਆ ਸਕਦਾ। ਸੋ ਦੈਟ ਮੀਨਸ ਵੀ ਸਰੀ ਦੇ ਵਿੱਚ ਹਰ ਪੰਜਵੀਂ ਫੈਮਿਲੀ, ਪੰਜਵੇਂ ਬੰਦੇ ਨੂੰ ਪ੍ਰੋਬਲਮ ਹੋ ਸਕਦੀ ਹੈ, ਜਾਂ BC ਵਿੱਚ ਜਾਂ ਕਿਤੇ ਵੀ ਹੋ ਸਕਦੀ ਹੈ। ਉਹਦਾ ਕੋਈ ਧਰਮ ਨਾਲ ਕੋਈ ਕਨੈਕਸ਼ਨ ਨਹੀਂ, ਉਹਦਾ ਤੁਹਾਡੀ ਇਨਕਮ ਨਾਲ ਕੋਈ ਕਨੈਕਸ਼ਨ ਨਹੀਂ, ਤੁਹਾਡੇ ਰੰਗ ਨਾਲ ਕੋਈ ਕਨੈਕਸ਼ਨ ਨਹੀਂ, ਤੁਹਾਡੀ ਲੋਕੇਸ਼ਨ ਨਾਲ ਕੋਈ ਕਨੈਕਸ਼ਨ ਨਹੀਂ, ਤੁਹਾਡੀ ਅਮੀਰੀ ਜਾਂ ਗਰੀਬ ਮੁਲਕ ਨਾਲ ਕੋਈ ਕਨੈਕਸ਼ਨ ਨਹੀਂ। ਉਹ ਦੁਨੀਆ ਸਾਰੀ ਵਿੱਚ ਸਿਸਟਮ ਇਸ ਤਰੀਕੇ ਨਾਲ ਚੱਲਦੇ ਨੇ। ਪਰ ਉਸੇ ਟਾਈਮ ਜਦੋਂ ਕਿ 2000 ਜਿਹੜਾ ਆਪਣਾ 2019 ਤੋਂ ਪਹਿਲਾਂ ਦੀ ਮੈਂ ਗੱਲ ਕਰਾਂ, ਅੱਜ 2 ਸਾਲ ਜਿਹੜਾ ਕੋਵਿਡ-19 ਦੇ ਵਿੱਚ ਇਹ ਤੇ ਕੰਮ ਬਹੁਤ ਵੱਧ ਗਿਆ, ਲੋਕਾਂ ਨੂੰ ਸਟ੍ਰੈਸ ਵੱਧ ਗਿਆ, ਕਾਫੀ ਪਰੇਸ਼ਾਨੀਆਂ ਵੱਧ ਗਈਆਂ। ਜਿਹੜਾ ਨਾਰਮਲ ਸਟ੍ਰੈਸ ਹੁੰਦਾ ਨਾ ਉਹਦੇ ਮੈਂਟਲ ਹੈਲਥ ਨਹੀਂ ਆਪਾਂ ਕਹਿ ਸਕਦੇ। ਉਹਦੀ ਇੱਕ ਕਲੀਅਰ ਕੱਟ ਡੈਫੀਨੇਸ਼ਨ ਹੈ ਵੀ ਐਂਗਜ਼ਾਇਟੀ ਕੀ ਹੈ, ਡਿਪਰੈਸ਼ਨ ਕੀ ਹੈ, ਬਾਈਪੋਲਰ ਡਿਸਆਰਡਰ ਕਿਹੜੇ ਨੇ, ਐਡਿਕਸ਼ਨ ਜਾਂ ਡਰੱਗਸ ਜਾਂ ਬਾਕੀ ਅਲਕੋਹਲਿਜ਼ਮ, ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਨਾ ਇਹ ਕੰਬੀਨੇਸ਼ਨ ਕੁਝ ਮੈਂਟਲ ਹੈਲਥ 'ਚ ਆਉਂਦੀਆਂ ਨੇ, ਕੋਈ ਨਾਲ ਜਿਹੜੇ ਨੇ ਸਬਸਟੈਂਸ ਅਬਿਊਜ਼ ਵਿੱਚ ਆਉਂਦੀਆਂ। ਪਰ ਡਿਊਰਿੰਗ ਦਿਸ ਟਾਈਮ ਦੇਖ ਲਿਓ ਤੁਸੀਂ 2-3 ਸਾਲਾਂ ਜਦੋਂ ਸਟੈਟਿਸਟਿਕਸ ਬਾਹਰ ਆਉਣੇ ਦੁਬਾਰਾ, ਇਹ ਬੜਾ ਲੋਕਾਂ ਨੂੰ ਸ਼ੌਕ ਲੱਗਣਾ ਕਿ ਇਸ ਟਾਈਮ ਦੇ ਵਿੱਚ ਸਾਡੀ ਜਿਹੜੀ ਮਾਨਸਿਕ ਰੋਗ ਹੈ ਉਹਨਾਂ 'ਤੇ ਬੜਾ ਅਸਰ ਪਿਆ। ਪਰ ਜੇ ਇਹ ਡੈਫੀਨੇਟਲੀ ਲੋਕੀ ਸੰਗਦੇ ਨੇ, ਕਿਉਂਕਿ ਕੋਈ ਨਹੀਂ ਕਹਿਣਾ ਚਾਹੁੰਦਾ ਵੀ ਮੈਨੂੰ ਹੈਲਥ ਦੇ ਵਿੱਚ ਨਾ ਮੈਨੂੰ ਕੋਈ ਡਿਪਰੈਸ਼ਨ ਹੈ, ਮੈਨੂੰ ਐਂਗਜ਼ਾਇਟੀ ਹੈ, ਮੈਨੂੰ ਸਟ੍ਰੈਸ ਹੈ। ਜਦੋਂ ਤੁਸੀਂ ਕਹਿ ਦਿੱਤਾ ਤੁਹਾਨੂੰ ਕਿਸੇ ਨੇ ਤੁਹਾਨੂੰ ਹਾਇਰ ਨਹੀਂ ਕਰਨਾ, ਤੁਹਾਨੂੰ ਕਿਸੇ ਨੇ ਫੈਮਿਲੀ ਮੈਂਬਰ ਨੇ ਚੰਗੀ ਤਰ੍ਹਾਂ ਡੀਲ ਨਹੀਂ ਕਰਨਾ, ਹੋ ਸਕਦਾ ਵੀ ਤੁਹਾਨੂੰ ਕੋਈ ਕਿਤੇ ਜੇ ਹਾਇਰ ਵੀ ਕਰ ਲਿਆ ਫਾਇਰ ਵੀ ਕਰ ਦੇਣ। ਮੈਂ ਕਿਹਾ ਵੇਖਣ ਵਾਲਿਆਂ ਨੂੰ ਸ਼ੌਕ ਹੋਣਾ ਇਸ ਗੱਲ ਦਾ ਸੁਣ ਕੇ ਕਿ ਜਿਹੜਾ ਡਿਸੇਬਿਲਟੀ ਇਸ਼ੂਜ਼ ਨੇ ਮੈਂਟਲ ਹੈਲਥ ਕਰਕੇ ਉਹ ਬਹੁਤ ਉੱਪਰ ਜਾ ਰਹੇ ਨੇ ਕੈਨੇਡਾ ਦੇ ਵਿੱਚ। ਤੇ ਇਹਦੇ ਕਰਕੇ ਜਿਹੜਾ ਬਿਲੀਅਨਸ ਆਫ ਡਾਲਰ ਦਾ ਲਾਸ ਹੁੰਦਾ ਹਰ ਸਾਲ ਇਕਾਨਮੀ ਨੂੰ, ਉਹ ਬਹੁਤ ਵੱਡਾ। ਜਿਹੜੀਆਂ ਵੱਡੀਆਂ ਕਾਰਪੋਰੇਸ਼ਨਸ ਨੇ ਉਹ ਵੀ ਧਿਆਨ ਦੇ ਰਹੀਆਂ, ਸਰਕਾਰਾਂ ਤੇ ਦੇ ਰਹੀਆਂ। ਹੁਣ BC ਵਿੱਚ ਤੇ ਇਹਨਾਂ ਨੇ ਡਿਪਾਰਟਮੈਂਟ ਹੀ ਐਸਟੈਬਲਿਸ਼ ਕਰਤਾ ਸੈਪਰੇਟ, ਜਿਹੜਾ ਬਹੁਤ ਚੰਗਾ, ਕਿਉਂਕਿ ਇਕੱਲੇ ਮਿਨਿਸਟਰ ਬਣਾਉਣਾ ਨਹੀਂ, ਮਿਨਿਸਟਰ ਦੀ ਸਪੋਰਟ ਦੇ ਵਾਸਤੇ ਸਟਾਫ ਦੇਣਾ, ਫਾਈਨੈਂਸ਼ੀਅਲ ਜਿਹੜੀ ਉਹ ਗੱਲਾਂ ਬਹੁਤ ਇੰਪੋਰਟੈਂਟ ਨੇ। ਸੋ ਬਾਕੀ ਜਗ੍ਹਾ 'ਤੇ ਕੰਮ ਨਹੀਂ ਹੋ ਰਿਹਾ। ਸੋ ਆਈ ਥਿੰਕ BC ਵਾਲੇ ਦੇ ਆਰ ਲੀਡਿੰਗ ਇਸ ਕੰਮ ਦੇ ਵਿੱਚ। ਕਿੰਨੀ ਕੁ ਸਕਸੈਸ ਰੇਟ ਬੜਾ ਮੁਸ਼ਕਿਲ ਹੈ, ਕਿਉਂਕਿ ਜਿਹੜਾ ਮੈਂਟਲ ਹੈਲਥ ਦੇ ਕੋਈ ਵੀ ਜਦੋਂ ਅਸੀਂ ਪ੍ਰੋਗਰਾਮ ਸ਼ੁਰੂ ਕਰਦੇ ਉਹਦਾ ਪਰਸੋਂ ਚੌਥ ਨਹੀਂ ਤੁਹਾਨੂੰ ਪਤਾ ਲੱਗਣਾ, ਇੱਕ ਟਾਈਮ ਲੱਗਦਾ। ਅਤੇ ਮੈਂ ਸਮਝਦਾ ਵੀ ਜਿਹੜੀ ਇੰਸਟੀਟਿਊਸ਼ਨਲ ਜਿਹੜੀ ਕੇਅਰ ਸੀ ਲੰਬੇ ਸਮੇਂ ਦੀ, ਉਹਨੂੰ ਮੋਡੀਫਾਈ ਕਰਨਾ ਪੈਣਾ।
ਅਸੀਂ ਉਦੋਂ ਸ਼ੁਰੂ ਕੀਤੇ ਸੀ ਸਮਾਲ ਪਲੇਸਿਸ ਇੱਥੋਂ ਮਤਲਬ ਕਿ ਸਾਰੇ BC ਦੇ ਵਿੱਚ ਥੋੜ੍ਹੀ ਜਗ੍ਹਾ 'ਤੇ ਜਿਹੜੇ ਆਊਟ ਪੇਸ਼ੈਂਟ ਕਲੀਨਿਕਸ ਬਣਾਏ ਸੀ, ਕਮਿਊਨਿਟੀ ਹੈਲਥ ਸੈਂਟਰਸ ਬਣਾਏ ਸੀ। ਉਸ ਤੋਂ ਬਾਅਦ ਤੇ ਫਿਰ ਜਿਹੜਾ ਥੋੜ੍ਹਾ ਜਿਹਾ ਕੰਮ ਵੱਖਰਾ ਹੋ ਗਿਆ। ਹੁਣ ਫਿਰ ਪਿਛਲੇ 2-3 ਸਾਲਾਂ ਤੋਂ ਕਾਫੀ ਜ਼ੋਰ ਹੈ, ਮੈਂ ਸਮਝਦਾ ਵੀ ਮੈਂਟਲ ਹੈਲਥ ਦੀ ਜਿਹੜੀ ਇਸ਼ੂਜ਼ 'ਤੇ ਇਹਨਾਂ ਨੂੰ ਫੋਕਸ ਕਰਨਾ ਪੈਣਾ। ਪਰ ਇਹਦੇ ਵਾਸਤੇ ਇੱਕੋ ਗੱਲ ਹੈ, ਜਿਹੜੀ ਕਨਵਰਸੇਸ਼ਨ ਹੋਣੀ ਬੜੀ ਓਪਨ ਐਂਡ ਓਨੈਸਟ, ਵਿਦਆਊਟ ਕੋਈ ਬਾਇਸਡ ਪਈ। ਇਹ ਨਹੀਂ ਹੈਗਾ ਵੀ ਕਹਿ ਸਕਦੇ ਵੀ ਆਹ ਬੰਦਾ ਬਿਮਾਰ ਹੈ ਜੀ, ਇਹਨੂੰ ਅਕਲ ਨਹੀਂ ਜੀ, ਇਹ ਮਾੜੇ ਘਰ ਤੋਂ ਆਇਆ, ਇਹਨੂੰ ਜੀ ਇਹਦਾ ਦਿਮਾਗ ਨਹੀਂ ਕੰਮ ਕਰਦਾ। ਇਹ ਗੱਲਾਂ ਮੀਨਿੰਗਲੈਸ ਨੇ। ਅਸੀਂ ਲੋਕ ਹੋ ਸਕਦਾ ਵੀ ਉਸ ਸੋਚ ਦੇ ਵਿੱਚ ਹੋ ਮੈਜੋਰਟੀ ਆਫ ਲੋਕ ਨਹੀਂ ਹੈਗੇ। ਸਿਰਫ ਜਿਹੜੇ ਮੇਰੀ ਉਮਰ ਦੇ ਲੋਕ ਨੇ, ਜਿਹੜੇ ਇੰਡੀਆ 'ਚ ਮੂਵੀਜ਼ ਵੇਖਦੇ ਆਏ ਨੇ, ਇੱਥੇ ਵੀ ਵੇਖਦੇ ਨੇ, ਜੇ ਉੱਥੇ ਹਮੇਸ਼ਾ ਮੈਂਟਲ ਹੈਲਥ ਵਾਲੇ ਨੂੰ ਦਿਖਾਇਆ ਸੀ ਜਿਸ ਤਰ੍ਹਾਂ ਨੋਬਡੀ ਵੀ ਉਹਨੇ ਕਿ ਕੋਈ ਨਾ ਕੋਈ ਕਰੈਕਟਰ ਜ਼ਰੂਰ ਹੋਣਾ ਕਿ ਜਿਹਦੇ ਵਿੱਚ ਮੈਂਟਲ ਹੈਲਥ ਦਾ ਇਸ਼ੂ ਹੈ ਜਾਂ ਕੋਈ ਨਾਲ ਡਿਸੇਬਿਲਟੀ ਦਾ ਇਸ਼ੂ ਹੈ। ਦੋਨਾਂ ਨੂੰ ਰਾਦਰ ਦੈਨ ਉਸ ਚੀਜ਼ ਨੂੰ ਪ੍ਰਮੋਟ ਕਰਨ ਜਾਂ ਉਹਦੀ ਅੰਡਰਸਟੈਂਡਿੰਗ ਵਧਾਉਣ ਜਾਂ ਲੋਕਾਂ ਨੂੰ ਸਮਝਾਉਣ, ਉਹਨੂੰ ਸਗੋਂ ਸਪਰੈਸ ਕਰਨ ਦੀ ਜਿਹੜੀ ਸੀ ਨਾ ਸਾਡੀ ਜਿਹੜਾ ਕਲਚਰਲ ਜਿਹੜੀ ਆਦਤ ਬਹੁਤ ਮਾੜੀ ਸੀ, ਹੁਣ ਬਦਲਦੀ ਪਈ ਹੈ। ਕਾਫੀ ਪ੍ਰੋਗਰਾਮ ਆ ਰਹੇ ਹਨ, ਲੋਕ ਇਹਦੇ ਬਾਰੇ ਗੱਲ ਕਰਦੇ ਨੇ। ਪਰ ਅਜੇ ਵੀ ਮੈਂ ਸਮਝਦਾ ਵੀ ਸਾਡੇ ਜਿਹੜੇ ਅਦਾਰੇ ਨੇ ਜਾਂ ਸਾਡੀ ਜਿਹੜੀਆਂ ਵਰਕ ਪਲੇਸ ਨੇ, ਸਾਡੇ ਜਿਹੜੇ ਘਰਾਂ ਦੇ ਵਿੱਚ ਇਹਦੀ ਕਨਵਰਸੇਸ਼ਨ ਜਿਹੜੀ ਨਹੀਂ ਹੁੰਦੀ। ਹੋਰ ਕਿਸੇ ਨੂੰ ਕੈਂਸਰ ਹੋ ਜਾਏ ਫਟਾਫਟ ਸਾਰੇ ਆਉਣਗੇ, ਕਿਸੇ ਨੂੰ ਕੋਈ ਹੋਰ ਪ੍ਰੋਬਲਮ ਆ ਜਾਏ, ਕੋਈ ਹਾਰਟ ਦੀ ਆ ਜਾਏ, ਸਾਰਾ ਟੱਬਰ ਜਾ ਕੇ ਬਹਿ ਜਾਏਗਾ ਉੱਥੇ ਹਸਪੀਟਲ। ਕਿਸੇ ਨੂੰ ਮੈਂਟਲ ਹੈਲਥ ਦਾ ਇਸ਼ੂ ਆ ਜਾਏ, ਫਟਾਫਟ ਦੂਰੋਂ ਭੱਜਣਗੇ, ਜਿਸ ਤਰ੍ਹਾਂ ਛੂਤ ਦੀ ਬਿਮਾਰੀ ਹੈ। ਇਹ ਸਮਝ ਨਹੀਂ ਆ ਗਈ। ਇਹਦੇ ਵਿੱਚੋਂ ਮੈਂ ਬੜੀ ਕਲੀਅਰਲੀ ਕਹਿ ਰਿਹਾ, ਹੋ ਸਕਦਾ ਵੀ ਲੋਕੀ ਕਈ ਲਾਈਕ ਨਾ ਕਰਨ, ਬਟ ਦੈਟ ਇਜ਼ ਅ ਫੈਕਟ। ਤੁਸੀਂ ਆਪਣੇ ਘਰ ਦੇ ਵਿੱਚ ਬਹਿ ਕੇ ਤੇ ਦੇਖੋ, ਜਦੋਂ ਕੋਈ ਹੋਰ ਇਸ਼ੂ ਹੁੰਦਾ ਤੇ ਅਸੀਂ ਬਹੁਤ ਬੋਲਦੇ ਹਾਂ, ਪਰ ਇਸ ਇਸ਼ੂ ਬਾਰੇ ਕਨਵਰਸੇਸ਼ਨ, ਕਿਉਂਕਿ ਅੱਜ ਸਾਡੇ ਮੇਰੇ ਕੋਲ ਟਾਈਮ ਨਹੀਂ, ਆਉਣ ਵਾਲੇ ਸਮੇਂ ਵਿੱਚ ਇਹਦੇ ਬਾਰੇ ਹੋਰ ਗੱਲ ਕਰਾਂਗੇ। ਬਿਲਕੁਲ ਡਾਕਟਰ ਸਾਹਿਬ, ਇਹ ਬਹੁਤ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੀ ਜੇ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਤੁਹਾਨੂੰ ਜਿਹੜਾ ਹੈ ਉਹ ਸਪੋਰਟ ਕਰਨੀ ਚਾਹੀਦੀ ਹੈ, ਐਜ਼ ਅ ਭਾਈਚਾਰਾ ਸਪੋਰਟ ਕਰਨੀ ਚਾਹੀਦੀ ਹੈ। ਕਿਉਂਕਿ ਇਹ ਨਹੀਂ ਕਿ ਮੈਂਟਲ ਹੈਲਥ ਸਿਰਫ ਕੋਵਿਡ ਕਰਕੇ ਹੀ ਹੈ ਜਾਂ ਕਿਸੇ ਹੋਰ ਕਾਰਨ ਕਰਕੇ ਵੀ ਹੋ ਸਕਦਾ। ਅਸੀਂ ਪਿਛਲੇ ਦਿਨੀ ਐਂਟੀ ਬੁਲਿੰਗ ਡੇ ਵੀ ਮਨਾ ਕੇ ਹਟੇ ਹਾਂ, ਅਸੀਂ ਪਿੰਕ ਸ਼ਰਟ ਡੇ ਬਣਾ ਕੇ ਹਟੇ ਹਾਂ। ਸੋ ਉਹਦੇ ਵਿੱਚੋਂ ਸਾਨੂੰ ਇਹੀ ਸਿੱਖਣ ਨੂੰ ਮਿਲਦਾ ਕਿ ਇੱਕ ਦੂਜੇ ਦੀ ਸਪੋਰਟ ਕਰਨੀ ਚਾਹੀਦੀ ਹੈ ਕਿਸੇ ਵੀ ਇਸ਼ੂ ਨੂੰ ਲੈ ਕੇ। ਕਿਸੇ ਨੂੰ ਵਰਕ ਪਲੇਸ ਦੇ ਉੱਤੇ ਜਾਂ ਕਿਤੇ ਵੀ ਜੇ ਤੁਹਾਨੂੰ ਲੱਗਦਾ ਕਿ ਕੋਈ ਸਫਰ ਕਰ ਰਿਹਾ ਤਾਂ ਉਹਦੀ ਹੈਲਪ ਕਰਨੀ ਚਾਹੀਦੀ ਹੈ, ਬਜਾਏ ਕਿ ਉਸ ਨੂੰ ਉਸ ਤੋਂ ਦੂਰ ਭੱਜਣ ਦੀ ਜਾਂ ਉਹਦੇ ਤੋਂ ਗੱਲ ਕਰਨੀ ਛੱਡਣ ਦੀ। ਸੋ ਇਹ ਚੀਜ਼ਾਂ ਨਿੱਕੀਆਂ ਗੱਲਾਂ ਜਿਹੜੀਆਂ ਟੇਬਲ ਤੇ ਬੈਠ ਕੇ ਗੱਲਾਂ ਸੁਲਝਾਈਆਂ ਜਿਹੜੀਆਂ ਉਹ ਜਾ ਸਕਦੀਆਂ ਨੇ। ਪਰ ਹੁਣ ਨਾਲ ਅੱਜ ਦੇ ਟੌਪਿਕ ਦੇ ਜੇ ਅੱਜ ਐਂਡ ਆਫ ਦੀ ਗੱਲ ਕਰਨੀ ਹੋਵੇ ਤਾਂ ਹੁਣ ਜਿਹੜਾ ਹੈ ਕਿ ਕੋਵਿਡ ਦੀਆਂ ਹੋਰ ਲਹਿਰਾਂ ਆ ਸਕਦੀਆਂ, ਇਹਦੇ 'ਚ ਕੋਈ ਡਾਊਟ ਨਹੀਂ, ਹੋਰ ਵੇਵਸ ਆ ਸਕਦੀਆਂ ਨੇ। ਹੁਣ ਇਸ ਵਿਚਕਾਰ ਜਿਹੜਾ ਪੋਸਟ ਕੋਵਿਡ ਰਿਕਵਰੀ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਹੋਰ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ। ਹੁਣ ਜਿਹੜੇ ਵੀ ਲੋਕ ਸਾਡਾ ਪ੍ਰੋਗਰਾਮ ਦੇਖ ਸਕਦੇ ਨੇ, ਉਹਨਾਂ ਨੂੰ ਕਿਹੜੀ ਗੱਲ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ? ਟਿਪ ਆਫ ਦਾ ਡੇ ਕੀ ਹੋਏਗਾ? ਦੇਖੋ, ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਜਿਹੜੀ ਇਨਫੋਰਮੇਸ਼ਨ ਜਿੰਨੀ ਵੀ ਪ੍ਰੋਵਾਈਡ ਹੋਈ ਹੈ ਦੁਨੀਆ ਦੇ ਕਿਸੇ ਵੀ ਚੈਨਲ ਤੋਂ ਜਾਂ ਕਿਸੇ ਵੀ ਹੈਲਥ ਅਦਾਰੇ ਤੋਂ ਜਾਂ WHO ਹੋਏ ਜਾਂ ਡਿਪਾਰਟਮੈਂਟ ਆਫ ਹੈਲਥ ਹੋਣ, ਸਾਇੰਟਿਸਟ ਹੋਣ, ਮੈਨੂਫੈਕਚਰ ਕਰਨ ਵਾਲੇ, ਵੈਕਸੀਨ ਬਣਾਉਣ ਵਾਲੇ, ਸਾਰਿਆਂ ਦਾ ਜਿਹੜਾ ਫੋਕਸ ਹੈ ਉਹਦੇ ਤੋਂ ਇੱਕੋ ਗੱਲ ਸਾਨੂੰ ਸਮਝ ਆਈ ਵੀ ਵੈਕਸੀਨੇਸ਼ਨ ਜਿਹੜਾ ਨਾ ਉਹ ਤੁਹਾਡੀ ਇੰਪੋਰਟੈਂਟ ਚੀਜ਼ ਹੈ। ਜੇ ਤੁਹਾਡੀ ਉਹਦੇ ਪ੍ਰੋਟੈਕਸ਼ਨ 10, 20, 30, 40, 50% ਜਿੰਨੀ ਵੱਧਦੀ ਉਹ ਚੰਗੀ ਹੈ। ਜਿਹਨਾਂ ਵੈਕਸੀਨੇਸ਼ਨ ਨਹੀਂ ਲਵਾਇਆ ਉਹ ਲਵਾਓ, ਜਿਨ੍ਹਾਂ ਨੇ ਸੈਕਿੰਡ ਡੋਜ਼ ਨਹੀਂ ਲਵਾਈ ਉਹ ਸੈਕਿੰਡ ਲਵਾਓ, ਥਰਡ ਵਾਲੇ ਥਰਡ ਲਵਾਉਣ। ਪਰ ਇਸ ਚੀਜ਼ ਨੂੰ ਜਿਹੜਾ ਨਾ ਆਉਣ ਵਾਲੇ ਸਮੇਂ 'ਚ ਥੋੜ੍ਹਾ ਜਿਹਾ ਹੋਰ ਤੁਹਾਨੂੰ ਬਰੀਕੀ ਨਾਲ ਵੇਖਣਾ ਪੈਣਾ। ਇਹਦਾ ਜਿਹੜਾ ਇੰਪੈਕਟ ਹੈ ਨਾ, ਇਹ ਸਾਡੀ ਸਿਹਤ 'ਤੇ ਹੈ ਹੀ ਹੈ, ਸਾਡੀ ਇਕੋਨਮੀ 'ਤੇ ਬੜਾ, ਜਿਹੜਾ ਸਾਡਾ ਸੋਸ਼ਲ ਸਟਰਕਚਰ ਉਹ ਬਦਲ ਗਿਆ, ਲੋਕਾਂ ਦੀ ਸੋਚ 'ਚ ਫਰਕ ਪੈ ਗਿਆ। ਤੇ ਹੋ ਸਕਦਾ ਜਿਹੜਾ ਅੱਜ ਨੌਲੇਜ ਹੈਗਾ ਸਾਲ ਨੂੰ ਉਹ ਕੰਮ ਹੀ ਨਾ ਆਏ, ਕਿਉਂਕਿ ਜਿਹੜੀ ਇਹਦੀ ਜਿਹੜੀ ਪਿਕਚਰ ਬਣੀ ਹੈ, ਉਹਦਾ ਟ੍ਰੇਲਰ ਪਹਿਲਾਂ ਵੇਖਿਆ, ਫਿਰ ਉਹਦਾ ਮਿਡ ਪਾਰਟ ਦੇਖਿਆ, ਇਹਦਾ ਐਂਡ ਨਹੀਂ ਦੇਖਿਆ ਜੇ ਇਸ ਕਿਸ ਤਰੀਕੇ ਨਾਲ ਇਹਦਾ ਅਖੀਰ ਹੋਣਾ, ਕਿਸ ਤਰ੍ਹਾਂ ਵੈਕਸੀਨੇਸ਼ਨ ਦਾ ਤੁਹਾਨੂੰ ਪਾਸਪੋਰਟ ਦੀ ਜ਼ਰੂਰਤ ਹੈ ਕਿ ਨਹੀਂ ਹੈ, ਕੀ ਕਰਨਾ। ਫਾਰ ਐਗਜ਼ਾਮਪਲ, ਜੇ ਅੱਜ ਕੋਈ ਅਲਬਰਟਾ ਜਾਂ ਸਸਕੈਚੁਆਨ ਤੋਂ ਟਰੈਵਲ ਕਰਦਾ ਹੋਇਆ BC ਨੂੰ ਨਹੀਂ ਲੈ ਕੇ ਆ ਰਹੇ, ਦੈਟ ਮੀਨਸ ਵੀ ਉਹ ਜਾ ਨਹੀਂ ਸਕਦੇ ਕਿਸੇ ਜਗ੍ਹਾ 'ਤੇ। ਸੋ ਦੈਟ ਇਹ ਜਿਹੜੀਆਂ ਗੱਲਾਂ ਨੇ ਨਾ, ਸਾਰਾ ਕੁਝ ਇਹ ਸੋਚਣ ਦੀ ਬੜੀ ਜ਼ਰੂਰਤ ਹੈ। ਜਿਹੜਾ ਕੋਈ ਵੀ ਜਦੋਂ ਕੋਈ ਡਿਸੀਜਨ ਪੋਲੀਟੀਕਲ ਬੇਸ ਹੁੰਦਾ ਉਹ ਕਈ ਵਾਰੀ ਚੰਗਾ ਨਹੀਂ ਹੁੰਦਾ ਜੀ ਉਹ, ਪਰ ਕਿਉਂਕਿ ਕਹਿ ਨਹੀਂ ਸਕਦੇ, ਕਿਉਂਕਿ ਆਪਾਂ ਤੇ ਸਾਡਾ ਪ੍ਰੋਗਰਾਮ ਹੈਗਾ ਹੈਲਥ ਦਾ। ਪਰ ਜੇ ਇਹਦੇ ਵਿੱਚੋਂ ਕਈ ਗੱਲਾਂ ਨੇ ਜਿਹੜੀਆਂ ਨਿਕਲ ਕੇ ਆ ਰਹੀਆਂ ਨੇ ਕਿ ਜਿਹੜਾ ਨੌਲੇਜ ਹੈ ਨਾ ਉਹ ਪਾਵਰ ਹੈ। ਨੌਲੇਜ ਜਿਸ ਬੰਦੇ ਨੂੰ ਨੌਲੇਜ ਨਹੀਂ ਹੈਗਾ ਕਿਸੇ ਚੀਜ਼ ਦਾ, ਉਹ ਜਾ ਕੇ ਇਸ ਗੱਲ ਬਾਰੇ ਗੱਲ ਨਾ ਕਰਨ, ਉਹ ਜਾ ਕੇ ਕਿਸੇ ਕੋਲ ਸਲਾਹ ਕਰਨ, ਪੁੱਛਣ, ਪੜ੍ਹਨ। ਅਤੇ ਜਿਹੜੇ ਅੱਗੇ ਜਿਨ੍ਹਾਂ ਨੇ ਮੈਸੇਜ ਦੇਣਾ
ਉਹਨੂੰ ਉਸ ਤਰੀਕੇ ਨਾਲ ਹੈਲਥ ਦਾ ਮੈਸੇਜ ਦੇਣ। ਉਹਨੂੰ ਚੰਗੀ ਇਹ ਨਹੀਂ ਕਹਿਣਾ ਵੀ ਅੱਜ ਹੀ ਖਤਮ ਹੋ ਗਿਆ, ਕੱਲ੍ਹ ਨੂੰ ਫਿਰ ਆ ਗਿਆ ਜੀ, ਪਰਸੋਂ ਘਟ ਜਾਏਗਾ ਜੀ, ਆਪਾਂ ਕੰਟਰੋਲ ਕਰ ਲਿਆ ਜੀ, ਇਹ ਫਸਟ ਵੇਵ ਆ ਗਈ, ਸੈਕੰਡ ਵੇਵ ਆ ਗਈ, ਥਰਡ ਆ ਗਈ ਜੀ, ਇਹ ਮਿਊਟੇਸ਼ਨ ਬਦਲ ਗਈ ਜੀ, ਇਹ ਫਲਾਣੇ ਕੰਟਰੀ ਤੋਂ ਆ ਗਿਆ ਜੀ, ਇਹ ਜੀ ਕੋਈ ਫਲਾਣੇ ਕੰਟਰੀ ਤੋਂ ਕੋਈ ਪਲੇਨ ਲੈ ਕੇ ਆ ਗਏ ਸੀ ਜੀ, ਇਹਨਾਂ ਨੂੰ ਕੁਆਰੰਟੀਨ ਕਰੋ, ਇਹ ਟਰਾਂਸਪੋਰਟੇਸ਼ਨ ਵਾਲਿਆਂ ਨੂੰ ਫੜੋ ਜੀ। ਇਹ ਕਈ ਤਰ੍ਹਾਂ ਦੀਆਂ ਗੱਲਾਂ ਆ ਕੇ ਇਸ ਤੋਂ ਇਹ ਹੋਇਆ ਵੀ ਇਸ ਟਾਈਮ ਦੇ ਵਿੱਚ ਇੱਕ ਗੱਲ ਜ਼ਰੂਰ ਆਈ ਉੱਭਰ ਕੇ ਕਿ ਜਿਨ੍ਹਾਂ ਲੋਕਾਂ ਨੂੰ ਕਿਸੇ ਵੀ ਖਾਸ ਵਰਗ ਦੇ ਲੋਕਾਂ ਤੋਂ ਪ੍ਰੋਬਲਮ ਸੀ, ਉਹਨਾਂ ਨੇ ਇਸ ਟਾਈਮ ਨੂੰ ਈਵਨ ਵੈਕਸੀਨੇਸ਼ਨ ਦੇ ਟਾਈਮ ਨੂੰ ਯੂਜ਼ ਕਰਕੇ ਜਿਹੜੀਆਂ ਆਪਣੀਆਂ ਉਹਨਾਂ ਨੇ ਫਰਸਟ੍ਰੇਸ਼ਨਸ ਨੇ ਸਿੱਧੇ ਤਰੀਕੇ ਨਾਲ ਨਹੀਂ, ਪੁੱਠੇ ਤਰੀਕੇ ਨਾਲ, ਡੀਂਗੇ ਤਰੀਕੇ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਕਈ ਵਾਰੀ ਤੁਸੀਂ ਜਾਓ, ਉਹਨਾਂ ਨੇ ਜੇ ਲਾਇਆ ਹੋਇਆ ਆਪਣਾ ਨੋ ਵੈਕਸੀਨ ਦਾ ਝੰਡਾ, ਤਾਂ ਤੁਹਾਡੇ ਵੱਲ ਵੇਖਣ ਨੂੰ ਪੁੱਠੇ ਤਰੀਕੇ ਨਾਲ ਕਈ ਵਾਰੀ ਵੇਖਦੇ ਨੇ, ਕਈ ਵਾਰੀ ਗਾਲਾਂ ਵੀ ਕੱਢਦੇ ਨੇ ਫਾਲਤੂ। ਇਹ ਸਿਵਲਾਈਜ਼ਡ ਕੰਟਰੀ ਹੈ, ਤੁਸੀਂ ਨਹੀਂ ਕਿਸੇ ਨਾਲ ਮੰਨਦੇ, ਤੁਹਾਨੂੰ ਤੁਸੀਂ ਆਪਣਾ ਰਸਤਾ ਬਦਲ ਲਓ, ਪਰ ਜੇ ਤੁਸੀਂ ਕਹੋ ਵੀ ਕਿਸੇ ਨੂੰ ਡਰਾ ਧਮਕਾ ਕੇ ਗੱਲ ਬਣਨੀ ਹੈ, ਉਹ ਤਾਂ ਗੱਲ ਹੈ ਨਹੀਂ। ਕਈ ਵਾਰੀ ਇਹ ਕਹਿੰਦੇ ਵੇਖੇ ਨੇ ਵੀ ਜੀ ਇੱਕ ਤਰ੍ਹਾਂ ਦੇ ਬੰਦੇ ਬੜੇ ਆ ਗਏ ਨੇ, ਫਿਰ ਤੁਸੀਂ ਇਮੀਗ੍ਰੇਸ਼ਨ ਹੈ, ਫਿਰ ਲੋਕਾਂ ਨੇ ਆਉਣਾ, ਜੇ ਲੋਕਾਂ ਨੇ ਆਉਣਾ ਉਹਨਾਂ ਕੰਮ ਕਰਨਾ, ਜੇ ਕੰਮ ਕਰਨਗੇ ਉਹਨਾਂ ਕਾਮਯਾਬ ਹੋਣਾ, ਕਾਮਯਾਬ ਹੋਣਗੇ ਉਹਨਾਂ ਘਰ ਲੈਣੇ, ਬੱਸਾਂ ਲੈਣੀਆਂ, ਟਰੱਕ ਲੈਣੇ ਨੇ ਆਪਣੇ। ਅਤੇ ਨਾਲੇ ਇੱਕ ਬੰਨੇ ਟਰੱਕਿੰਗ ਇੰਡਸਟਰੀ ਵਿੱਚ ਜੇ ਪਹਿਲਾਂ ਕਹਿੰਦੇ ਸੀ ਸ਼ਾਰਟੇਜ ਬੜੀ ਹੈ, ਹੁਣ ਜੇ 16-17% ਸਾਊਥ ਏਸ਼ੀਅਨ ਲੋਕੀ ਕੰਮ ਕਰਦੇ ਨੇ, ਅਤੇ ਪ੍ਰੋਬਲਮ ਕੀ ਹੈ? ਚੰਗੀ ਗੱਲ ਨਹੀਂ ਹੈਗੀ ਵੀ ਇਕਾਨਮੀ ਦੇ ਵਿੱਚ ਕੰਮ ਕੀਤਾ ਉਹਨਾਂ ਨੇ, ਆਪਣੀ ਸਿਹਤ ਦੇ ਨਾਲ ਵੇਖਣ ਦੇ ਨਾਲ ਟਰਾਂਸਪੋਰਟੇਸ਼ਨ ਕੀਤੀ ਹੈ। ਸੋ ਇਹ ਜਿਹੜਾ ਨਾ ਇਹ ਗੱਲਾਂ ਕਿਉਂਕਿ ਬਾਹਰ ਆ ਰਹੀਆਂ ਨੇ, ਕਈ ਵਾਰੀ ਲੋਕ ਗੱਲ ਨਹੀਂ ਕਰਦੇ। ਤੁਸੀਂ ਮੈਂ ਦੇਖਿਆ ਇੱਕ ਦੋ ਜਗ੍ਹਾ 'ਤੇ ਉਹਨਾਂ ਨੇ ਬਹੁਤ ਭੈੜੇ ਸ਼ਬਦ ਬੋਲੇ ਨੇ ਆਪਣੇ ਲੋਕਾਂ ਵਾਸਤੇ। ਇਹ ਕਈ ਵਾਰੀ ਕਹਿਣਗੇ ਵੀ ਵਾਪਸ ਜਾਓ, ਅਤੇ ਬੰਦਾ ਉਹਨਾਂ ਨੂੰ ਪੁੱਛੇ ਵੀ ਵਾਪਸ ਕਿੱਥੇ ਜਾਣਾ। ਜੇ ਹੁਣ ਕੋਈ ਮੇਰੇ ਬੱਚੇ ਨੂੰ ਪੁੱਛੇ ਵੀ ਤੁਸੀਂ ਵਾਪਸ ਜਾਓ, ਅਤੇ ਉਹਦਾ ਜਵਾਬ ਹੋਣਾ ਵੀ ਮੈਂ ਕਿੱਥੇ ਜਾਵਾਂ, ਮੈਂ ਤੇ ਇੱਥੇ ਪੈਦਾ ਹੋਇਆ, ਤੇ ਉਹਦੇ ਬੱਚੇ ਉਹ ਕਿੱਥੇ ਜਾਣਗੇ, ਉਹਨਾਂ ਕਹਿਣਾ ਵੀ ਅਸੀਂ ਵੀ ਇੱਥੇ ਪੈਦਾ ਹੋਏ। ਬਿਲਕੁਲ ਜੀ। ਸੋ ਇਹ ਬਿਮਾਰੀ ਨੇ ਹੇਟ ਵੀ ਜਿਹੜੀ ਆ ਵਧਾ ਕੇ ਰੱਖ ਦਿੱਤੀ ਹੈ। ਸੋ ਬਹੁਤ ਸਾਰੀਆਂ ਚੀਜ਼ਾਂ ਦੇ ਬਹੁਤ ਸਾਰੇ ਐਸਪੈਕਟ ਨੇ ਜਿਨ੍ਹਾਂ ਤੇ ਧਿਆਨ ਦੇਣ ਦੀ ਲੋੜ ਹੈ। ਸੋ ਤੁਸੀਂ ਸਾਡੇ ਤੱਕ ਲਗਾਤਾਰ ਇਨਫੋਰਮੇਸ਼ਨ ਪਹੁੰਚਾ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮੈਂ ਸਮਝਦਾ ਵੀ ਇਹਦੇ ਨਾਲ ਜਿਹੜਾ ਹੈਲਥ ਦੇ ਵਿੱਚ ਇੱਕ ਜਿਹੜੀ ਸੋਸ਼ਲ ਐਸਪੈਕਟ ਹੈ ਨਾ, ਉਹਦੀ ਗੱਲ ਕਰਨੀ ਵੀ ਬਹੁਤ ਇੰਪੋਰਟੈਂਟ ਹੈ। ਇਹ ਨਹੀਂ ਵੀ ਕਿਸੇ ਨਾਲ ਜੇ ਆਪਾਂ ਓਪਨਲੀ ਤੇ ਤਰੀਕੇ ਨਾਲ ਗੱਲ ਨਹੀਂ ਕਰਦੇ, ਲੋਕੀ ਘਰ ਦੇ ਵਿੱਚ ਵੀ ਇਹੋ ਗੱਲ ਸੋਚਦੇ ਪਏ ਨੇ। ਹਰ ਘਰ ਦੇ ਵਿੱਚ ਕਨਵਰਸੇਸ਼ਨ ਹੈ ਵੀ ਇਹ ਜਦੋਂ ਅਸੀਂ ਬਾਹਰ ਜਾਂਦੇ ਹਾਂ ਸਾਨੂੰ ਪੁੱਠਾ ਸਿੱਧਾ ਕਿਉਂ ਵੇਖਦੇ ਨੇ। ਜੇ ਹਸਪੀਟਲ ਵਿੱਚ ਜਾਣਾ ਉਹਨਾਂ ਨੇ ਹੋਰ ਤਰੀਕੇ ਨਾਲ ਵੇਖਣਾ। ਜਦੋਂ ਹੁਣ ਜਿਹੜੇ ਟਰੱਕਾਂ ਦੇ ਪ੍ਰੋਸੈਸ਼ਨ ਸੀ ਉਸ ਟਾਈਮ ਦੇ ਵਿੱਚ ਲੋਕਾਂ ਨੂੰ ਪੁੱਛ ਕੇ ਦੇਖੋ ਕਿਸ ਤਰੀਕੇ ਨਾਲ ਬੋਲੇ ਨੇ, ਤੁਸੀਂ ਵਾਪਸ ਜਾਓ, ਤੁਸੀਂ ਇਹ ਕਰੋ ਉਹ ਕਰੋ। ਇਹ ਗੱਲਾਂ ਬੰਦ ਕਰਨੀਆਂ ਪੈਣੀਆਂ। ਮੁਲਕ ਨੂੰ ਬਿਲਡ ਕਰਨ ਵਾਸਤੇ ਜਿਹਨਾਂ ਲੋਕਾਂ ਨੇ 110 ਸਾਲ ਆਪਣੀ ਕੁਰਬਾਨੀ ਖੂਨ ਪਸੀਨਾ ਵਹਾਇਆ, ਉਹਨਾਂ ਵਾਸਤੇ ਇਹੋ ਜਿਹੀ ਗੱਲ ਕਰਨੀ ਚੰਗੀ ਨਹੀਂ ਲੱਗਦੀ। ਸਾਰੇ ਬਰਾਬਰ ਨੇ, ਖਾਸ ਕਰਕੇ ਜਦੋਂ ਬਰਾਬਰ ਦਾ ਹਿੱਸਾ ਲੋਕੀ ਅਦਾ ਕਰਦੇ, ਨਾਲ ਖੜੇ ਨੇ, ਪਾਰਟਿਸਿਪੇਟ ਕਰਦੇ ਨੇ, ਕੰਟਰੀਬਿਊਟ ਕਰਦੇ ਨੇ, ਹਰ ਜਗ੍ਹਾ 'ਤੇ ਸਾਡੇ ਲੋਕ ਪਹੁੰਚਦੇ ਨੇ। ਸੋ ਮੈਂ ਗੱਲ ਜ਼ਰੂਰ ਕਰਨੀ ਚਾਹੁੰਦਾ ਜੀ। ਬਿਲਕੁਲ ਜੀ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਸੋ ਜਦੋਂ ਡਾਕਟਰ ਚੀਮਾ ਨੇ ਦੱਸਿਆ ਕਿ ਸਮਝਣ ਵਾਲੀ ਗੱਲ ਇਹ ਹੈ ਕਿ ਅਸੀਂ ਜਿਸ ਮੁਲਕ ਦੇ ਵਿੱਚ ਰਹਿੰਦੇ ਹਾਂ ਉੱਥੇ ਇੱਕ ਦੂਜੇ ਦਾ ਸਾਥ ਦੇ ਕੇ, ਇਹ ਨਹੀਂ ਕਿ ਇੱਕ ਦੂਜੇ ਨੂੰ ਨਫ਼ਰਤ ਭਰੀ ਨਿਗਾਹ ਦੇ ਨਾਲ ਦੇਖਣਾ ਜਾਂ ਇੱਕ ਵਰਗ ਨੂੰ ਇਹ ਕਹਿਣਾ ਕਿ ਇਹ ਇੱਥੇ ਕਿਉਂ ਆਏ ਨੇ ਜੇ ਅਸੀਂ ਆਏ ਹੋਏ ਹਾਂ। ਸੋ ਇਹ ਚੀਜ਼ਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਨਾਤੇ ਸਾਨੂੰ ਇੱਕ ਦੂਜੇ ਦੀ ਸਪੋਰਟ ਕਰਨੀ ਚਾਹੀਦੀ ਹੈ, ਇੱਕ ਦੂਜੇ ਦੇ ਪ੍ਰਤੀ ਆਪਣੇ ਫਰਜ਼ ਜਿਹੜੇ ਨੇ ਉਹ ਅਦਾ ਕਰਨੇ ਚਾਹੀਦੇ ਨੇ। ਤੇ ਨਾਲ ਕੋਵਿਡ ਬਾਰੇ ਜਾਣਕਾਰੀ ਅਸੀਂ ਤੁਹਾਡੇ ਤੱਕ ਲਗਾਤਾਰ ਪਹੁੰਚਾ ਰਹੇ ਹਾਂ। ਡੋਜ਼ ਜ਼ਰੂਰ ਲਗਵਾਓ, ਜੇ ਤੀਜੀ ਡੋਜ਼ ਨਹੀਂ ਲਗਵਾਈ ਤਾਂ ਆਪਣੀ ਡੋਜ਼ ਜਿਹੜੀ ਆ ਬੁੱਕ ਕਰਵਾਓ, ਕਿਉਂਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੇਵਜ਼ ਸਾਨੂੰ ਦੇਖਣੀਆਂ ਪੈਣ। ਜਿਵੇਂ ਡਾਕਟਰ ਚੀਮਾ ਨੇ ਦੱਸਿਆ ਕਿ ਇਹ ਕਹਾਣੀ ਜਿਹੜੀ ਆ ਉਹ ਇੱਕ ਪੇਜ ਦੇ ਉੱਤੇ ਆ ਕੇ ਖੜੀ ਹੋ ਗਈ ਹੈ, ਤੇ ਜਿਹੜਾ ਐਂਡ ਇਹਦਾ ਅਜੇ ਵੀ ਧੁੰਦਲਾ। ਅਜੇ ਇਹ ਨਹੀਂ ਕਿਹਾ ਗਿਆ ਕਿ ਕੋਵਿਡ ਬਿਲਕੁਲ ਖਤਮ ਹੋ ਗਿਆ। ਜਿਸ ਦਿਨ ਇਹ ਕਿਹਾ ਜਾਏਗਾ ਕਿ ਕੋਵਿਡ ਬਿਲਕੁਲ ਖਤਮ ਆ, ਹੋਰ ਡੋਜ਼ ਲਗਵਾਉਣ ਦੀ ਲੋੜ ਨਹੀਂ, ਉਸ ਦਿਨ ਅਸੀਂ ਕਵਾਂਗੇ ਕਿ ਕੋਵਿਡ ਖਤਮ ਹੋ ਗਿਆ। ਹੁਣ ਸਾਇੰਸ ਬੇਸ ਜੇ ਗੱਲ ਕਰੀਏ ਤਾਂ ਅਜੇ ਵੀ ਕੋਵਿਡ ਦਾ ਜਿਹੜਾ ਆਪਣਾ ਰੂਪ ਬਦਲ ਸਕਦਾ, ਕੁਝ ਵੀ ਹੋ ਸਕਦਾ। ਸੋ ਇਸੇ ਕਰਕੇ ਆਪਣਾ ਬਚਾਅ ਰੱਖੋ, ਆਪਣਿਆਂ ਦਾ ਬਚਾਅ ਰੱਖੋ, ਆਪਣੇ ਆਸੇ ਪਾਸੇ ਦਾ ਬਚਾਅ ਰੱਖੋ। ਬਚਾਅ 'ਚ ਹੀ ਬਚਾਇਆ, ਹੈਲਥ ਇਜ਼ ਵੈਲਥ। ਸੋ ਹੈਲਥ ਸ਼ੋਅ ਲੈ ਕੇ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੀ। ਦੇਖਦੇ ਰਹੋ ਸਾਂਝਾ ਟੀਵੀ ਤੇ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।